ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ, ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਅੱਜ ਮਹਾਨ ਦਿਵਸ ਹੈ, ਖਾਲਸੇ ਦੀ ਸਿਰਜਣਾ ਦਾ ਦਿਵਸ, ਖਾਲਸੇ ਨੂੰ ਸਜਾਉਣ ਦਾ ਦਿਵਸ, ਖਾਲਸੇ ਦਾ ਜਨਮ ਦਿਨ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਕਲਗੀਧਰ ਪਿਤਾ ਨੇ ਜੋ ਕੌਤਕ ਕੀਤਾ, ਉਹ ਅੱਜ ਦੇ ਦਿਨ ਇੱਕ ਐਸਾ ਅਦੁੱਤੀ ਕਾਰਨਾਮਾ ਸੀ, ਇੱਕ ਐਸਾ ਕੌਤਕ ਸੀ ਜਿਸ ਦੀ ਮਿਸਾਲ ਸਾਰੇ ਸੰਸਾਰ ਦੇ ਵਿੱਚ ਨਹੀਂ ਮਿਲਦੀ। ਸਾਰਿਆਂ ਦਾ, ਤੁਹਾਡਾ, ਗੁਰੂ ਖਾਲਸੇ ਦਾ ਅੱਜ ਦੇ ਦਿਨ ਪ੍ਰਗਟ ਹੋਣਾ ਆਪ ਸਭ ਨੂੰ ਲੱਖ ਲੱਖ ਵਧਾਈ, ਬਹੁਤ ਬਹੁਤ ਮੁਬਾਰਕ ਅਤੇ ਇੱਕ ਵਾਰ ਗੁਰੂ ਦੀ ਬਖਸ਼ੀ ਹੋਈ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਲਫ਼ਜ਼ ਬੜੇ ਹੀ ਕਰਾਮਾਤੀ ਹਨ, ਕੁਝ ਲਫ਼ਜ਼ ਬਹੁਤ ਹੀ ਕਮਾਲ ਦੇ ਹਨ। ਜੇ ਉਹਨਾਂ ਦੇ ਬਾਰੇ ਅਸੀਂ ਥੋੜ੍ਹਾ ਜਿਹਾ ਵਿਚਾਰ ਕਰੀਏ ਤਾਂ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਹੁੰਦੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਹੁੰਦੀ ਹੈ, ਤਾਂ ਉਹਨਾਂ ਦੇ ਲਈ ਵੀ ਲਫ਼ਜ਼ ਵਰਤਿਆ ਗਿਆ, ਸਤਿਗੁਰੂ ਨਾਨਕ ਪ੍ਰਗਟਿਆ, ਪ੍ਰਗਟ ਹੋਏ ਹੈ। ਪ੍ਰਗਟਿਆ, ਪ੍ਰਗਟ ਹੋਣਾ ਉਹ ਚੀਜ਼ ਹੁੰਦੀ ਹੈ ਜਿਹੜੀ ਮੌਜੂਦ ਹੈ ਔਰ ਸਾਹਮਣੇ ਆਈ ਹੈ। ਇੱਕ ਬਹੁਤ ਹੀ ਕਮਾਲ ਦਾ ਲਫ਼ਜ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਤਲਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਰਤਿਆ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਹੈ ਔਰ ਉਹ ਕਿਸ ਤਰ੍ਹਾਂ ਹੈ, ਉਹ ਇੱਕ ਲੰਬੀ ਵਾਰਤਾ ਹੈ ਜਿਸ ਦਾ ਵਿਸਥਾਰ ਭਾਈ ਗੁਰਦਾਸ ਜੀ ਨੇ ਰਹੱਸਵਾਦੀ ਤਰੀਕੇ ਦੇ ਨਾਲ ਖੁਦ ਕੀਤਾ ਹੈ। ਉਸ ਦਾ ਜ਼ਿਕਰ ਫਿਰ ਕਿਸੇ ਵੇਲੇ ਜ਼ਰੂਰ ਕਰਾਂਗੇ, ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਧਿਆਉਂਦਿਆਂ ਹੋਇਆਂ ਉਹ ਕਹਿ ਰਹੇ ਹਨ ਸਤਿਗੁਰੂ ਨਾਨਕ ਪ੍ਰਗਟਿਆ। ਔਰ ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਹੁੰਦੀ ਹੈ ਤਾਂ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵਾਂ ਅਵਤਾਰਾ। ਉਹਨਾਂ ਦੇ ਬਾਰੇ ਵੀ ਇਹੀ ਲਫ਼ਜ਼ ਵਰਤਿਆ ਜਾ ਰਿਹਾ, ਪ੍ਰਗਟ ਹੋਏ ਹੈ, ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵਾਂ ਅਵਤਾਰਾ। ਤੇ ਜੇਕਰ ਗੱਲ ਗੁਰੂ ਖਾਲਸੇ ਦੀ ਹੁੰਦੀ ਹੈ, ਖਾਲਸੇ ਦੀ ਗੱਲ ਕਰਦੇ ਹੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਸ ਖਾਲਸੇ ਬਾਰੇ ਗੁਰੂ ਸਾਹਿਬ ਆਪਣੀ ਕਲਮ ਤੋਂ, ਮੁਬਾਰਕ ਕਲਮ ਤੋਂ ਖੁਦ ਕਹਿੰਦੇ ਹਨ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਖਾਲਸਾ ਕਾਲ ਪੁਰਖ ਦੀ ਫੌਜ ਹੈ ਜੋ ਪ੍ਰਗਟ ਹੋਈ ਹੈ ਅਕਾਲ ਪੁਰਖ ਦੀ ਮੌਜ ਦੇ ਨਾਲ। ਜਦੋਂ ਅਕਾਲ ਪੁਰਖ ਮੌਜ ਵਿੱਚ ਆਇਆ, ਫਿਰ ਇਹ ਖਾਲਸਾ ਪ੍ਰਗਟ ਹੋਇਆ। ਇਸ ਖਾਲਸੇ ਨੂੰ ਪ੍ਰਗਟ ਕਰਨ ਦਾ ਢੰਗ ਵੀ, ਤਰੀਕਾ ਵੀ ਬੜਾ ਹੀ ਰਹੱਸਵਾਦੀ ਸੀ। ਖਾਲਸਾ ਕੀ ਹੈ, ਕਿਹੋ ਜਿਹਾ ਖਾਲਸਾ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਜਾਉਣਾ ਚਾਹੁੰਦੇ ਸੀ, ਜਿਸ ਨੂੰ ਸਿਰਜਣਾ ਚਾਹੁੰਦੇ ਸੀ, ਜਿਸ ਦੀ ਸਿਰਜਣਾ ਦੇ ਉੱਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇੰਨਾ ਲੰਮਾ ਸਮਾਂ ਲੱਗਾ ਔਰ ਫਿਰ ਉਸ ਨੂੰ ਤਿਆਰ ਬਰ ਤਿਆਰ ਹੋ ਕੇ ਜਦੋਂ ਸਭ ਦੇ ਸਾਹਮਣੇ ਪ੍ਰਗਟ ਕੀਤਾ, ਫਿਰ ਉਸ ਦਾ ਇਤਿਹਾਸ ਦੇ ਵਿੱਚ ਕੀ ਰੁਤਬਾ ਹੈ। ਪਰ ਇਹ ਸਾਰੇ ਪ੍ਰੋਗਰਾਮ ਦਾ ਮਕਸਦ ਕੇਵਲ ਗੁਰਪੁਰਬ ਮਨਾ ਲੈਣਾ, ਵਧਾਈਆਂ ਦੇ ਲੈਣਾ ਨਹੀਂ। ਇਹ ਇੱਕ ਆਈਨਾ ਹੈ, ਇੱਕ ਆਰਸੀ ਹੈ, ਇੱਕ ਸ਼ੀਸ਼ਾ ਹੈ, ਇੱਕ ਮਿਰਰ ਹੈ। ਉਸ ਫਰੇਮਵਰਕ ਦੇ ਵਿੱਚ ਅਸੀਂ ਆਪਣੇ ਆਪ ਨੂੰ ਰੱਖ ਕੇ ਦੇਖੀਏ ਕਿ ਅਸੀਂ ਕਿੱਥੇ ਤੱਕ ਖੜੇ ਹਾਂ, ਕਿੱਥੇ ਤੱਕ ਪਹੁੰਚੇ ਹਾਂ। ਉਸ ਨਿਸ਼ਾਨੇ ਦੀ ਉਹ ਇੱਕ ਸਟੈਂਡਰਡ ਜਿਹੜਾ ਫਿਕਸ ਕੀਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਸਟੈਂਡਰਡ ਕੀ ਹੈ? ਕੀ ਜਿੱਥੇ ਅਸੀਂ ਹਾਂ ਠੀਕ ਹਾਂ, ਜਾਂ ਇਸ ਤੋਂ ਤਬਦੀਲੀ ਹੋਣ ਦੀ ਲੋੜ ਹੈ ਔਰ ਕਿੰਨੀ ਕੁ ਲੋੜ ਹੈ? ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਕਲਮ ਤੋਂ
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮਕਾਲੀਨ ਅਤੇ ਉਹਨਾਂ ਦੇ ਬਹੁਤ ਹੀ ਕਰੀਬੀ ਕਵੀ ਸੈਨਾਪਤੀ ਜੀ ਰਾਹੀਂ ਉਹਨਾਂ ਨੇ ਖਾਲਸੇ ਦੇ ਮੁਤਲਕ ਕੀ ਬਿਆਨ ਕੀਤਾ ਹੈ, ਕਿਉਂ ਬਣਾਇਆ, ਕੀ ਲੋੜ ਪੈ ਗਈ ਸੀ, ਇਸ ਤੋਂ ਪਹਿਲਾਂ ਬਹੁਤ ਕੁਝ ਸੀ, ਫਿਰ ਇਸ ਖਾਲਸੇ ਦੀ ਕੀ ਲੋੜ ਸੀ। ਅਸੀਂ ਤੁਹਾਡੇ ਨਾਲ ਅੱਜ ਇਹ ਨਿਰੋਲ ਪੰਥਕ ਤੇ ਧਾਰਮਿਕ ਪ੍ਰੋਗਰਾਮ ਦੇ ਰਾਹੀਂ ਗੱਲ ਕਰਾਂਗੇ, ਪਰ ਕੁਝ ਸੁਰਖੀਆਂ ਵੀ ਹਨ ਜਿਨ੍ਹਾਂ ਵਿੱਚੋਂ ਬਹੁਤੀਆਂ ਅੱਜ ਦੇ ਇਸ ਮਹਾਨ ਦਿਵਸ ਦੇ ਨਾਲ ਹੀ ਸੰਬੰਧਿਤ ਹਨ। ਸਭ ਤੋਂ ਪਹਿਲੀ ਜਿਹੜੀ ਅਗਰ ਬਿਲਕੁਲ ਰਾਜਨੀਤਿਕ ਤੌਰ ਦੇ ਉੱਤੇ ਇੱਕ ਲੈ ਲਈਏ ਤਾਂ ਉਹ ਸੁਰਖੀ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਦੇ ਵਿੱਚ ਬਹੁਤ ਹੀ ਉਥਲ-ਪੁਥਲ ਚੱਲ ਰਹੀ ਹੈ। ਇਲਜ਼ਾਮ ਤਰਾਸ਼ੀਆਂ ਦਾ ਦੌਰ ਹੈ। ਡਾਕਟਰ ਸੁਬਰਾਮਨੀਅਮ ਸਵਾਮੀ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਆਗੂ, ਉਹਨਾਂ ਨੇ ਇੱਕ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੀ ਦੂਜੇ ਵਿਦੇਸ਼ਾਂ ਵਿੱਚ ਬੈਂਕਾਂ ਦਾ ਹਿਸਾਬ ਕਿਤਾਬ ਨਹੀਂ ਦੱਸਿਆ, ਉਹਨਾਂ ਨੂੰ ਲੁਕੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਆਪਣੀ ਪਤਨੀ ਅਤੇ ਆਪਣੇ ਬੇਟੇ ਦੇ 20 ਬੈਂਕ ਦੇ ਖਾਤੇ ਬਾਹਰਲੇ ਦੇਸ਼ਾਂ ਵਿੱਚ ਹਨ ਔਰ ਕਾਨੂੰਨੀ ਤੌਰ ਦੇ ਉੱਤੇ ਇਹ ਜ਼ਾਹਿਰ ਕਰਨ ਦੀ ਲੋੜ ਸੀ, ਪਰ ਜੇ ਨਹੀਂ ਕੀਤੇ, ਇਹ ਉਹਨਾਂ ਨੇ ਇੱਕ ਕਾਨੂੰਨੀ ਉਲੰਘਣਾ ਕੀਤੀ ਹੈ, ਜਿਸ ਕਰਕੇ ਉਹਨਾਂ ਦੀ ਨਾਮਜ਼ਦਗੀ ਔਰ ਉਹਨਾਂ ਦੀ ਚੋਣ ਪ੍ਰਕਿਰਿਆ ਰੱਦ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ, ਇਸ ਬਿਆਨ ਦਾ ਬਹੁਤ ਹੀ ਗੰਭੀਰ ਨੋਟਿਸ ਲੈਂਦਿਆਂ ਉਹਨਾਂ ਨੇ ਆਪਣੇ ਵਕੀਲ ਦੇ ਰਾਹੀਂ ਡਾਕਟਰ ਸੁਬਰਾਮਨੀਅਮ ਸਵਾਮੀ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਕਿ 15 ਦਿਨ ਦੇ ਅੰਦਰ ਅੰਦਰ ਉਹ ਆਪਣੇ ਦੋਸ਼ਾਂ ਨੂੰ ਵਾਪਸ ਲੈਣ, ਜੇ ਨਹੀਂ ਤਾਂ ਉਹਨਾਂ ਦੇ ਉੱਤੇ ਉਹ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ। ਜਾਪਦਾ ਹੈ ਦੋਨਾਂ ਪਾਸਿਆਂ ਤੋਂ, ਕਿਉਂਕਿ ਦੋਨੋਂ ਹੀ ਕਾਫੀ ਸੰਜੀਦਾ ਔਰ ਮੁਖੀ ਆਗੂ ਹਨ, ਸੁਬਰਾਮਨੀਅਮ ਸਵਾਮੀ ਦਾ ਇਸ ਤਰ੍ਹਾਂ ਦਾ ਇਲਜ਼ਾਮ ਲਗਾ ਦੇਣਾ ਔਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਨੂੰ ਜਿਸ ਗੰਭੀਰਤਾ ਦੇ ਨਾਲ ਨੋਟਿਸ ਜਾਰੀ ਕੀਤਾ ਗਿਆ, ਇਸ ਦਾ ਮਤਲਬ ਹੈ ਉਹ ਵੀ ਆਪਣੇ ਤਰਫੋਂ ਪੂਰੇ ਯਕੀਨ ਵਿੱਚ ਹਨ ਕਿ ਇਹ ਦੋਸ਼ ਬਿਲਕੁਲ ਨਿਰਾਧਾਰ ਹੈ ਔਰ ਕੇਵਲ ਬਦਨਾਮ ਕਰਨ ਲਈ ਔਰ ਇੱਕ ਰਾਜਨੀਤਿਕ ਲਾਹਾ ਲੈਣ ਲਈ ਇਹ ਦੋਸ਼ ਲਗਾਇਆ ਗਿਆ। ਵਿਸਾਖੀ ਦੀ ਗੱਲ ਜਦੋਂ ਵੀ ਆਏਗੀ, 1699 ਦੀ ਵਿਸਾਖੀ ਦਾ ਜ਼ਿਕਰ ਆਏਗਾ। ਉਹ ਆਗਾਜ਼ ਸੀ ਜਦੋਂ ਆਮ ਤੌਰ ਦੇ ਉੱਤੇ ਫਸਲਾਂ ਦੀਆਂ ਵਾਢੀਆਂ ਹੁੰਦੀਆਂ ਹਨ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਐਸੀ ਫਸਲ ਤਿਆਰ ਕੀਤੀ ਜਿਸ ਦਾ ਮਕਸਦ ਸਾਰੀ ਮਾਨਵਤਾ ਦੇ ਉਦਰ ਪੂਰਤੀ ਕਰਨਾ ਹੈ। ਔਰ ਹਜ਼ੂਰ ਨੇ ਕਿਹਾ ਵੀ, ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋ ਤਿਸਕੇਰੀ। ਪਰ ਇਸ ਸਿਲਸਿਲੇ ਦੇ ਵਿੱਚ 1978 ਦੀ ਵਿਸਾਖੀ ਨਹੀਂ ਭੁੱਲ ਸਕਦੀ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਕਲੀ ਨਿਰੰਕਾਰੀਆਂ ਵੱਲੋਂ 13 ਸਿੰਘ ਸ਼ਹੀਦ ਕੀਤੇ ਗਏ। ਉਹ ਸਿੰਘ ਜਿਹੜੇ ਇਹ ਪ੍ਰੋਟੈਸਟ ਕਰ ਰਹੇ ਸਨ ਕਿ ਉਹ ਨਕਲੀ ਨਿਰੰਕਾਰੀ ਅਤੇ ਉਹਨਾਂ ਦਾ ਧੜਾ ਬਹੁਤ ਹੀ ਘੋਰ ਗੁਰੂ ਨਿੰਦਾ, ਘੋਰ ਈਸ਼ ਨਿੰਦਾ ਕਰ ਰਿਹਾ ਸੀ, ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਸੀ, ਉਸ ਦੇ ਉੱਤੇ ਇਤਰਾਜ਼ ਕਰ ਰਹੇ ਸੀ। ਜਦੋਂ ਉਹਨਾਂ ਨੇ ਇਹਨਾਂ ਸਿੰਘਾਂ ਦੇ ਉੱਤੇ ਹਮਲਾ ਕੀਤਾ ਔਰ ਜਿਸ ਦੇ ਵਿੱਚ 13 ਸ਼ਹੀਦ ਹੋਏ। ਨਾ ਕੇਵਲ ਇਹ ਸ਼ਹੀਦ ਹੀ ਹੋਏ, ਬਲਕਿ ਇਹਨਾਂ ਦੇ ਉੱਤੇ ਤੇਜ਼ਾਬ ਪਾ ਕੇ ਇਹਨਾਂ ਦੇ ਚਿਹਰੇ ਵੀ ਸਾਰੇ ਵਿਗਾੜ ਦਿੱਤੇ ਗਏ ਤਾਂ ਕਿ ਪਛਾਣੇ ਨਾ ਜਾ ਸਕਣ। ਇਹ ਆਪਨੇ ਦੇਖਿਆ ਉਹ ਗੁਰਦੁਆਰਾ ਸਾਹਿਬ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਰੇਲਵੇ ਕਾਲੋਨੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਪਰ ਇਹ ਵੀ ਸਿਰਫ ਇੱਕ ਇਤਿਹਾਸ ਦਾ ਵਰਕਾ ਹੋ ਕੇ ਰਹਿ ਗਿਆ ਹੈ। ਨਕਲੀ ਗੁਰੂ ਡੰਬ ਬਾਰੇ ਇਸ ਤੋਂ ਬਾਅਦ ਆਸ ਸੀ ਕਿ ਇੰਨੀ ਕੀਮਤ ਦੇ ਕੇ ਸ਼ਾਇਦ ਹੁਣ ਇਹ ਗੱਲ ਠੱਲ ਪੈ ਜਾਏਗੀ, ਪਰ ਲੱਗਦਾ ਹੈ ਇਹ ਗੁਰੂ ਡੰਬ ਦਾ
ਜਿਹੜਾ ਬੀਜ ਹੈ ਇਹ ਹੁਣ ਬੋਹੜ ਦੇ ਵਿਰਕਸ਼ ਦੀ ਤਰ੍ਹਾਂ ਹੋਰ ਵੱਧਦਾ ਜਾ ਰਿਹਾ ਹੈ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੋਏ, ਆਦੇਸ਼ ਵੀ ਜਾਰੀ ਹੋਏ, ਪ੍ਰਚਾਰ ਵੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀਆਂ ਸ਼ਤਾਬਦੀਆਂ ਵੀ ਮਨਾ ਲਈਆਂ ਗਈਆਂ, ਪਰ ਰਾਜਨੀਤਿਕ ਬੰਦਿਆਂ ਵੱਲੋਂ ਨਕਲੀ ਗੁਰੂਆਂ, ਭੇਖੀ ਗੁਰੂਆਂ ਦੇ ਅੱਗੇ ਜਾ ਕੇ ਲੰਮੇ ਪੈ ਜਾਣ ਦਾ ਸਿਲਸਿਲਾ ਸ਼ਾਇਦ ਇਸ ਤੋਂ ਵੀ ਹੋਰ ਤੇਜ਼ ਹੋ ਗਿਆ ਹੈ। ਇੱਕ ਤਸਵੀਰ ਜ਼ਰੂਰ ਆਪ ਨੂੰ ਦਿਖਾਣੀ ਚਾਹਾਂਗੇ, ਜਿਹੜੀ ਕਿ ਦਰਬਾਰ ਸਾਹਿਬ ਦੇ ਵਿੱਚ ਮਿਊਜ਼ੀਅਮ ਹੈ, ਉਸ ਦੇ ਵਿੱਚ ਇਹਨਾਂ 13 ਸਿੰਘਾਂ ਦੀ ਤਸਵੀਰ ਲੱਗੀ ਸੀ ਅਤੇ ਸੰਤ ਜਰਨੈਲ ਸਿੰਘ ਜੀ ਜਦੋਂ ਉਸ ਤਸਵੀਰ ਨੂੰ ਵੇਖ ਰਹੇ ਸੀ ਤੇ ਉਹ ਤਸਵੀਰ ਸਾਡੀ ਕੋਸ਼ਿਸ਼ ਸੀ ਜੇ ਅਸੀਂ ਤੁਹਾਨੂੰ ਵਿਖਾ ਸਕੀਏ, ਔਰ ਉਸ ਦੇ ਵਿੱਚ ਉਹਨਾਂ ਦੇ ਚਿਹਰੇ ਦੇ ਭਾਵ ਜਿਹੜੇ ਸੀ ਉਹ ਬਹੁਤ ਹੀ ਦੇਖਣ ਵਾਲੇ ਸੀ। ਕਿਸ ਤਰੀਕੇ ਦੇ ਨਾਲ ਉਹ ਕੀ ਮਹਿਸੂਸ ਕਰ ਰਹੇ ਸੀ, ਸ਼ਾਇਦ ਇਹੀ ਇੱਕ ਘਟਨਾ ਹੈ ਜਿਸ ਨੇ ਆਉਣ ਵਾਲੇ ਸਾਰੇ ਇਤਿਹਾਸ ਨੂੰ ਵੀ ਬਦਲ ਕੇ ਰੱਖ ਦਿੱਤਾ। ਵਿਸਾਖੀ ਦੇ ਸਮਾਗਮਾਂ ਦੇ ਉੱਤੇ ਵੈਸੇ ਤਾਂ ਖਾਲਸੇ ਦਾ ਜਨਮ, ਖਾਲਸੇ ਦੀ ਸਿਰਜਣਾ, ਖਾਲਸੇ ਨੂੰ ਸਜਾਇਆ ਗਿਆ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ, ਪਰ ਆਮ ਤੌਰ ਦੇ ਉੱਤੇ ਵਿਸਾਖੀ ਦਾ ਮੇਲਾ ਨਹੀਂ, ਜੋੜ ਮੇਲਾ, ਮੇਲੇ ਅਤੇ ਜੋੜ ਮੇਲੇ 'ਚ ਫਰਕ ਹੈ। ਇਹ ਮੇਲਾ ਨਹੀਂ ਹੈ, ਜੋੜ ਮੇਲਾ ਹੈ, ਜਿਹੜਾ ਦਮਦਮਾ ਸਾਹਿਬ ਦੇ ਵਿੱਚ ਸਜਾਇਆ ਜਾਂਦਾ ਹੈ। ਦਮਦਮਾ ਸਾਹਿਬ ਦੇ ਵਿੱਚ ਅਰੇਂਜ ਕੀਤਾ ਜਾਂਦਾ ਹੈ। ਹਮੇਸ਼ਾ ਉੱਥੇ ਇੱਕ ਮੇਲਾ ਬਣ ਕੇ ਰਹਿ ਜਾਂਦਾ ਸੀ। ਰਾਜਨੀਤਿਕ ਪਾਰਟੀਆਂ ਆਪਣੀਆਂ ਕਾਨਫਰੰਸਾਂ ਕਰਦੀਆਂ ਸੀ ਔਰ ਉੱਥੇ ਸਾਰੇ ਭਾਸ਼ਣ ਹੁੰਦੇ ਸੀ, ਪਰ ਉਹ ਐਤਕੀ ਜੋ ਹੋਇਆ ਉੱਥੇ ਇਲੈਕਸ਼ਨਾਂ ਦਾ, ਚੋਣਾਂ ਦਾ ਦੌਰ ਸੀ, ਔਰ ਚੋਣਾਂ ਦੇ ਦੌਰ ਦੇ ਵਿੱਚ ਸਰਕਾਰ ਵੱਲੋਂ, ਇਲੈਕਸ਼ਨ ਕਮਿਸ਼ਨ ਵੱਲੋਂ ਨੋਟਿਸ ਜਾਰੀ ਹੋਇਆ ਕਿ ਕੋਈ ਰਾਜਨੀਤਿਕ ਪਾਰਟੀ ਆਪਣਾ ਸਮਾਗਮ ਨਹੀਂ ਕਰ ਸਕਦੀ। ਜਿਸ ਤਸਵੀਰ ਦਾ ਅਸੀਂ ਜ਼ਿਕਰ ਕਰ ਰਹੇ ਸੀ, ਇਹ ਅਸੀਂ ਚਾਹਾਂਗੇ ਤੁਹਾਨੂੰ ਪੂਰੇ ਫਰੇਮ ਦੇ ਵਿੱਚ ਅਗਰ ਇਹ ਤਸਵੀਰ ਦਿਖਾਈਏ ਕਿ ਇਹ ਤਸਵੀਰ ਉਹ ਹੈ ਜਿਨ੍ਹਾਂ ਦੇ, ਜਿੱਥੇ 13 ਸਿੰਘਾਂ ਦੀ ਤਸਵੀਰ ਹੈ ਦਰਬਾਰ ਸਾਹਿਬ ਦੇ, ਔਰ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਤੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਇਹਨਾਂ ਨੂੰ ਦੇਖ ਰਹੇ ਹਨ, ਔਰ ਸੰਤ ਜਰਨੈਲ ਸਿੰਘ ਜੀ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ ਹੀ ਪਤਾ ਲੱਗ ਰਿਹਾ ਹੈ ਕਿ ਉਹ ਕੀ ਮਹਿਸੂਸ ਕਰ ਰਹੇ ਹੋਣਗੇ। ਸੋ ਇਹ ਇਤਿਹਾਸ ਦਾ ਕਾਫੀ ਇੱਕ ਅਹਿਮ ਤਸਵੀਰ ਮੰਨੀ ਜਾ ਸਕਦੀ ਹੈ। ਸੋ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਤਲਵੰਡੀ ਦਮਦਮਾ ਸਾਹਿਬ ਦੇ ਵਿੱਚ ਐਤਕੀ ਵਿਸਾਖੀ ਦੇ ਸਮਾਗਮ ਹੋਏ, ਪਰ ਉਹਨਾਂ ਦੇ ਵਿੱਚ ਕੋਈ ਰਾਜਨੀਤਿਕ ਪਾਰਟੀ ਦੇ ਆਗੂ ਤਾਂ ਆਏ, ਪਰ ਬਤੌਰੇ ਸੰਗਤ ਦੇ। ਉਹਦੇ ਵਿੱਚ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਵੀ ਆਏ, ਆ ਕੇ ਉਹਨਾਂ ਨੇ ਮੱਥਾ ਟੇਕਿਆ, ਪਰ ਬਤੌਰੇ ਇੱਕ ਸ਼ਰਧਾਲੂ ਦੇ। ਕਾਸ਼ ਇਹ ਜਿਹੜੀ ਚੰਗੀ ਪਿਰਤ ਹੈ ਇਹ ਪੱਕਿਆਂ ਹੀ ਪੈ ਜਾਏ, ਤਾਂ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਰਾਜਨੀਤਿਕ ਬੰਦਿਆਂ ਨੂੰ ਬੁਲਾ ਕੇ ਉਹਨਾਂ ਦੇ ਸੋਹਲੇ ਗਾਣੇ ਔਰ ਉਹਨਾਂ ਦੇ ਕਸੀਦੇ ਪੜ੍ਹਨੇ ਔਰ ਉਹਨਾਂ ਨੂੰ ਉਹਨਾਂ ਦੀਆਂ ਤਾਰੀਫਾਂ ਦੇ ਪੁੱਲ ਬੰਨਣੇ, ਔਰ ਜਿਹੜੇ ਬਿਲਕੁਲ ਅਨਅਧਿਕਾਰਤ ਹਨ ਉਹਨਾਂ ਨੂੰ ਸ੍ਰੀ ਸਾਹਿਬ ਦੇ ਦੇਣੀ, ਇਹ ਸ਼ਾਇਦ ਇੱਲਤ ਇਸ ਦੇ ਨਾਲ ਬੰਦ ਹੋ ਸਕੇ। ਇਹਨਾਂ ਸਮਾਗਮਾਂ ਦੇ ਵਿੱਚ ਜਿਹੜੇ ਰਾਜਨੀਤਿਕ ਸਮਾਗਮ ਹੁੰਦੇ ਸਨ, ਸ਼੍ਰੋਮਣੀ ਅਕਾਲੀ ਦਲ ਜਦੋਂ ਪਹਿਲੇ ਸਮਾਗਮ ਕਰਦਾ ਸੀ, ਜਦੋਂ ਵੀ ਉਹਨਾਂ ਦੀ ਕਾਨਫਰੰਸ ਹੁੰਦੀ ਸੀ, ਅਖੀਰਲਾ ਦਿਨ ਜਿਹੜਾ ਹੈ, ਅਖੀਰਲਾ ਸਮਾਗਮ ਅੰਮ੍ਰਿਤ ਸੰਚਾਰ ਸਮਾਗਮ ਹੁੰਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਸਮਾਗਮ ਹੁੰਦੇ ਸੀ, ਪਰ ਚੰਗਾ ਹੀ ਹੋਇਆ ਜਿਵੇਂ ਤਬਦੀਲੀ ਹੋਈ, ਕਿਉਂਕਿ ਹੁਣ ਜਿਸ ਤਰ੍ਹਾਂ ਉਹਨਾਂ ਸਮਾਗਮਾਂ ਦੇ ਵਿੱਚ ਜੋ ਕੁਝ ਹੁੰਦਾ ਹੈ, ਰਾਜਨੀਤਿਕ ਵਿਅਕਤੀ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਦੇ ਹਨ, ਆਪਣੇ ਆਪ ਨੂੰ ਦਿਖਾਉਂਦੇ ਹਨ, ਔਰ ਇੱਕ ਚੀਜ਼ ਬੜੀ ਹੀ ਸਪਸ਼ਟ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਸਾਰੇ ਆਗੂ ਸਟੇਜ ਦੇ ਉੱਤੇ ਲੱਤਾਂ ਲਮਕਾ ਕੇ ਬੈਠੇ ਹੁੰਦੇ ਹਨ। ਸੋ ਇਹ ਅੱਛਾ ਹੀ ਹੈ ਜੇਕਰ ਇਸ ਤਰ੍ਹਾਂ ਦੇ ਰਾਜਨੀਤਿਕ ਸਮਾਗਮ ਧਾਰਮਿਕ ਮੌਕੇ ਦੇ ਉੱਤੇ ਨਾ ਹੋਣ। ਪਰ ਇੱਕ ਗੱਲ ਹੈ, ਇਹਦੇ ਵਿੱਚ ਜਥੇਦਾਰ ਸਾਹਿਬ ਨੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰ ਅਵਤਾਰ ਸਿੰਘ ਨੇ ਦੋ ਗੱਲਾਂ ਕਹੀਆਂ। ਇੱਕ ਤਾਂ
नशियां दा त्याग कीता जाए। ये उन्होंने बहुत वड्डी जिहड़ा सी इस दे बारे काफ़ी जोर दिता। और केसगढ़ साहब के जथेदार साहब ने भी कहा कि जिहड़ा लड़कियां नूं कतल कर देण दा कुख दे विच ही जो पाप कीता जांदा है उस तो बचिया जाए। समा है एक वक्फे दा, असी अपनी गलबात जारी रखांगे, तुसी साडे नाल बने रहो। वाहेगुरु 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 वाहेगुरु। ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ 18 ਅਪ੍ਰੈਲ 2014 ਤੋਂ ਕੈਲੀਫੋਰਨੀਆ ਅਮਰੀਕਾ ਦੌਰੇ ਤੇ ਆ ਰਹੇ ਨੇ। ਇਸ ਮੌਕੇ ਉਹ ਵੱਖ-ਵੱਖ ਗੁਰੂ ਘਰਾਂ 'ਚ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਨਗੇ ਉੱਥੇ ਹੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਅੰਮ੍ਰਿਤ ਸੰਚਾਰ ਵੀ ਕਰਨਗੇ। ਆਪ ਸਮੂਹ ਸਾਧ ਸੰਗਤ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਵੱਖ-ਵੱਖ ਗੁਰੂ ਘਰਾਂ ਵਿੱਚ ਪਹੁੰਚ ਕੇ ਗੁਰਬਾਣੀ ਦਾ ਲਾਹਾ ਲਵੋ ਜੀ। ਸਬਸਕ੍ਰਾਈਬ ਕਰਨ ਲਈ ਕਾਲ ਕਰੋ 1844 455 66527। China Jewelers, Sacramento, California। इथे अवेलेबल है 22 कैरेट गोल्ड ज्वेलरी ते गोल्ड कॉइन्स। ਅਸੀਂ ਕਰਦੇ ਹਾਂ गोल्ड कॉइन्स ਦੀ शिपिंग पूरे USA ਵਿੱਚ। एक्सक्लूसिव वैरायटी ब्राइडल सेट्स ਤੇ बैंगल्स ਵਿੱਚ। कस्टमर्स ਦੀ ਤਸੱਲੀ ਲਈ गोल्ड प्योरिटी चेक ਕਰਨ ਲਈ ਕੰਪਿਊਟਰਾਈਜ਼ਡ ਮਸ਼ੀਨ। ਅਸੀਂ ਪੇ ਕਰਦੇ ਹਾਂ टॉप डॉलर्स। ਤੁਸੀਂ ਆਪਣੀ ज्वेलरी गहने भी रख सकते हो। लोन फॉर गोल्ड, अपना सोना रखो ते ले जाओ कैश। For any inquiry call इंद्रजीत से या विजिट करो चीना ज्वेलर्स। टैक्स प्रॉब्लम? नो प्रॉब्लम। कंप्यूटेक्स INC आओ ते अपने टैक्सां दा मसला सुलझाओ। कंप्यूटेक्स INC बिजनेस ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिला है क्या? जी नहीं, ये बनी है MP के खास व्हाइट होल व्हीट आटे से बने प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश, एकदम पापड़। इतनी नरम और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर, होल व्हीट, नो मैदा, रखे आपकी रोटी को सॉफ्ट और फ्रेश 8 घंटों के बाद भी। Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ refund ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price। We have multiple locations। ਅੱਜ ਹੀ ਕਾਲ ਕਰੋ 7188801992। ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ
महान नगर कीर्तन ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ। ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ। ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ। ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ, 300 ਨਾਰਥ ਗ੍ਰੈਂਡ ਐਵੀਨਿਊ, ਲੈਂਸਿੰਗ, ਮਿਸ਼ੀਗਨ 48933। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਖਾਲਸੇ ਦੀ ਸਿਰਜਣਾ ਦਿਵਸ ਤੁਹਾਨੂੰ ਵਧਾਈ ਦੇਣ ਅਤੇ ਤੁਹਾਡਾ ਸਨੇਹਾ ਸੰਗਤ ਤੱਕ ਪਹੁੰਚਾਉਣ ਲਈ ਅੱਜ ਦੇ ਇਹ ਪ੍ਰੋਗਰਾਮ ਅਸੀਂ ਕਰ ਰਹੇ ਹਾਂ। ਥੋੜੀ ਦੇਰੀ ਬਾਅਦ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਆਪਣਾ ਸਨੇਹਾ ਜਿਸ ਮਕਸਦ ਲਈ ਖਾਲਸੇ ਦੀ ਸਿਰਜਣਾ ਕੀਤੀ ਸੀ, ਅਸੀਂ ਕਿੱਥੇ ਤੋਂ ਕਿੱਥੇ ਪਹੁੰਚੇ ਹਾਂ ਔਰ ਸਾਡੀ ਮੰਜ਼ਿਲ ਕੀ ਹੈ, ਕੀ ਸਾਡੀ ਰਫ਼ਤਾਰ ਔਰ ਸਾਡੀ ਗੁਫ਼ਤਾਰ ਤੇ ਜਿਹੜੇ ਪਾਸੇ ਅਸੀਂ ਜਾਣਾ ਚਾਹੁੰਦੇ ਹਾਂ ਉਹ ਮੰਜ਼ਿਲ, ਉਹ ਡਾਇਰੈਕਸ਼ਨ ਕੀ ਸਹੀ ਦਿਸ਼ਾ ਵੱਲ ਹੈ, ਸਾਡਾ ਭਵਿੱਖ ਕੀ ਹੈ। ਵਿਸਾਖੀ ਦੇ ਸਮਾਗਮ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਵਸਦਾ ਹੈ, ਇਹ ਵਿਸਾਖੀ ਦੇ ਸਮਾਗਮ ਪੂਰੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਏ ਜਾਂਦੇ ਹਨ। ਇੱਕੋ ਇੱਕ ਸ਼ਾਇਦ ਇੱਕੋ ਇੱਕ ਦੁਨੀਆ ਦੇ ਵਿੱਚ ਐਸਾ ਪੰਥ ਹੈ, ਇੱਕ ਐਸਾ ਧਰਮ ਹੈ, ਇੱਕ ਐਸਾ ਫਿਰਕਾ ਹੈ ਜਿਹੜਾ ਆਪਣਾ ਜਨਮ ਦਿਨ ਮਨਾਉਂਦਾ ਹੈ, ਜਿਸ ਦੀ ਤਾਰੀਖ ਮੁਕਰਰ ਹੈ, ਪਰ ਇਸ ਦਾ ਜਨਮ ਦਿਨ ਹੋਏਗਾ। ਇਹ ਸਦੀਵੀ ਹੈ, ਇਹ ਅਬਿਨਾਸ਼ੀ ਹੈ। ਤਾਈਓ ਪੰਥ ਪ੍ਰਕਾਸ਼ ਨੇ ਲਿਖਿਆ, ਔਰ ਸਭਨ ਕੋ ਜੀਵ 84 ਮਾਨਤ ਆਪ ਤਾਹੀਂ ਅਬਿਨਾਸ਼ੀ। ਇਹ ਅਬਿਨਾਸ਼ੀ ਪੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਕੀਤੀ ਔਰ ਆਪਣੇ ਆਪ ਨੂੰ ਉਸ ਖਾਲਸੇ ਦੇ ਵਿੱਚ ਜਜ਼ਬ ਕਰ ਦਿੱਤਾ। ਇਹਨਾਂ ਸਮਾਗਮਾਂ ਨੂੰ ਵੈਸੇ ਤਾਂ ਦਮਦਮਾ ਸਾਹਿਬ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ, ਪਰ ਜੋ ਕਿ ਖਾਲਸੇ ਦਾ ਜਨਮ ਸਥਾਨ, ਖਾਲਸੇ ਦੀ ਸਿਰਜਣਾ ਦੀ ਜਗ੍ਹਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਇਸ ਕਰਕੇ ਉੱਥੇ ਲੱਖਾਂ ਦੀ ਗਿਣਤੀ ਵਿੱਚ ਕੇਸਗੜ੍ਹ ਸਾਹਿਬ ਦੇ ਵਿੱਚ ਵੀ ਹਾਜ਼ਰੀ ਭਰੀ ਗਈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਨੇ ਉਚੇਚੇ ਤੌਰ ਦੇ ਉੱਤੇ ਬੇਨਤੀ ਕੀਤੀ, ਪੈਗਾਮ ਦਿੱਤਾ, ਸਨੇਹਾ ਦਿੱਤਾ, ਦੁਹਾਈ ਦਿੱਤੀ ਕਿ ਜਿਹੜੀਆਂ ਲੜਕੀਆਂ ਨੂੰ ਕੁੱਖਾਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ, ਉਸ ਨੂੰ ਬਿਲਕੁਲ ਬੰਦ ਕੀਤਾ ਜਾਏ ਅਤੇ ਨਸ਼ਿਆਂ ਤੋਂ ਬਚਿਆ ਜਾਏ। 500 ਸਾਲ ਤੋਂ ਵੱਧ ਸਮੇਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦੇ ਬਾਰੇ ਵੀ ਜਦੋਂ ਲਿਖਿਆ, ਇਹੀ ਕਿਹਾ ਕਿ ਹਾਲਾਤ ਕੀ ਸੀ ਉਸ ਵੇਲੇ। किया कत्ल लड़की जो पैदा हुई, जहालत की बस इंतहा हो गई। चुनाचे थी जब हिंद में तैर गई, भंवर में थी इंसान की किश्ती घिरी। खवैया जहाँ में हवेदा हुए, तो अल्लाह से नानक जी पैदा हुए। नानक जी अल्लाह से हुए रसूल, हकीकत में अल्लाह को था ये कबूल। पर वो 550 साल का सफ़र तय करके ਜਿਹੜਾ उस वेले ਦਾ हालात सन, इस दा मतलब उस दे विच कोई बहुती तब्दीली नहीं आई। इसका की कारण है कि गुरु साहब ने अपना सारा कुछ जो वार दिता, सब कुछ सरबंस वार दिता। गुरु साहिबान ने इतनियां कालना कालियां, लखां सिखां दी आहुति हुई, पर इसका मतलब जेकर हालात क्यों उत्थे दी उत्थे ही है, क्यों नहीं उसदे विच तब्दीली असी महसूस कर रहे। ये विचारन दी गल है। केसगढ़ साहब दे विच गुरु गोबिंद सिंह साहब दे वो इतिहासक शस्त्र हैं, अस्त्र हैं जिहड़े उत्थे पए हुए हैं। इन्हां तो अलावा होर सिंघां दे भी अस्त्र शस्त्र हैं। भाई बचित्र सिंह दी नागनी है,
हज़रत अली दा खंडा भी है। इन्हां सारे अस्त्रां शस्त्रां दे दर्शन जिहड़े है वो आईयां संगतां नूं केसगढ़ साहब दे विच करवाए गए, जिहड़े कि बहुत ही नायाब शस्त्र हैं। वैसे तो उत्थे केसगढ़ साहब दे विच हुंदे हन, पर उचेचे तौर दे उत्ते इन्हां नूं शस्त्रां नूं दर्शन कराया गया। देश की वंड तो पहले वैसाखी दे समागम हिंदुस्तान विच जिवें अज पंजाब दे विच दमदमा साहब दे विच ये जोड़ मेले हुंदे हन, आज़ादी तो पहले, देश की वंड तो पहले ये समागम पंजा साहब विच हुंदे सन, जिथे सारे संसार तो सिख इकट्ठे हुंदे सन। गुरु नानक नाम लेवा इकत्तर हुंदे सन। हसन अब्दाल पंजा साहब, जिथे गुरु नानक साहब ने वली कंधारी दा वो अभिमान तोड़िया, पंजा उकरिया होया उस पत्थर दे उत्ते, वो उस स्थान दे उत्ते हुण भी बहुत वड्डी गिणती दे विच संगतां सारे मुल्कां चों, सारे देशां चों पहुंचियां, भारत विचों भी, और खास करके इस वार हज़ारां दी गिणती दे विच स्कैंडिनेवियन कंट्रीज़ ते आस्ट्रेलिया तो बहुत संगतां वड्डी गिणती विच पहुंचियां। 10 दिनां दा वो समागम सी जिहड़ा उत्थे कीता गया, और इवैक्यूई ट्रस्ट प्रॉपर्टी बोर्ड वल्लों ये सारे समागम जिहड़े सी उन्हां दा प्रबंध इवैक्यूई ट्रस्ट प्रॉपर्टी बोर्ड वल्लों कीता गया। उन्हां दे जिहड़े अमीर हाशमी हैं उन्होंने दसिया कि इस सारे प्रबंध लई वड्डी गिणती विच रेंजर्स भी ते पुलिस वाले भी लगाए गए, ताकि सुरक्षा भी ठीक रहे अते आए यात्रुओं का पूरा सत्कार ते सन्मान भी रखा जा सके। ये 10 दिन ये समागम चलणगे, और इन्हां समागमां दे विच सारे कथा कीर्तन तो अलावा होर भी काफ़ी वड्डी गिणती विच स्थानक लोग भी दूर दुराडियों पहुँचे, और उन्होंने इन्हां समागमां दे विच शिरकत की। गल केसगढ़ साहब की उस पावन धरती दे उत्ते ये जो करिश्मा होया जिहड़ा खालसे नूं प्रगट किया गया, इस दे बारे गुरु गोबिंद सिंह साहब ने खुद अपनी कलम तो जो अंकित किया है कि मेरा इस संसार दे विच आउण दा कारण भी यही सी, मैनू क्यों बनाया गया, मैनू क्यों भेजिया गया, मैनू क्यों निवाजिया गया। हजूर ने खुद अपनी कलम तो कहा, मैं अपना सुत तोहे निवाजा, पंथ परचुर करबे को साजा। मैनू पंथ दे प्रचार लई, परचुर करन लई, परचुर दा अर्थ वाधा हुंदा है, बनाना नहीं। हजूर ने कहा, मैं अपना सुत तोहे निवाजा, पंथ मैं अपना सुत तोहे निवाजा, पंथ परचुर करबे को साजा। पंथ दे वाधे लई मैनू इस संसार दे विच आना पिया, और आदेश की दिता, जहां तहां ते धर्म चलाए, कबुद्ध करन ते लोक हटाए। यानी पंथ दे परचुर करन लई, पंथ दा वाधा करन लई, पंथ दी सिरजना गुरु नानक साहब ने कीती। मारिया सिक्का जगत विच, नानक निर्मल पंथ चलाया। ये पंथ जो चलाया है वो साहिब श्री गुरु नानक देव जी ने चलाया, इसनूं निर्मल पंथ कहा। मारिया सिक्का जगत विच, नानक निर्मल पंथ चलाया। इस निर्मल पंथ दे वाधे लई, इसनूं परचुर करन लई, परचुर करना हुंदा है इन एबंडेंस, इस दे वाधे लई हजूर ने कहा कि मैं इस संसार दे उत्ते आया। इन्नी वड्डी जिम्मेवारी जिहड़ी अकाल पुरख ने दे के कहा, पर जो हजूर ने खुद कहा, कहन लगे, ठाड़ भयो मैं जोर कर, बचन कहा सिर न्याय, पंथ चले तब जगत में, जब तुम करो सहाय। ये तां चलेगा, ये कम तां हो सकेगा जे अकाल पुरख खुद सहाई होए। ताइयों फिर हजूर ने कहा कि खालसा काल पुरख की फौज, प्रगटियो खालसा परमात्म की मौज। एक काल पुरख का बनाया होया है। आम तौर पर असी अकाल पुरख पढ़ते हाँ, पर जिहड़ा हजूर ने बचन किया है वो काल पुरख वर्णन किया है। इस दे बारे थोड़ी जी गल करांगे, और खालसे की सिरजना के बारे गुरु साहब ने अते उन्हां दे समकाली
ਉਹਨਾਂ ਨੇ ਕੀ ਦੱਸਿਆ ਹੈ ਉਹ ਵੀ ਤੁਹਾਡੇ ਨਾਲ ਗੱਲ ਕਰਾਂਗੇ ਅਤੇ ਤੁਹਾਡੇ ਵਿਚਾਰ ਵੀ ਅਸੀਂ ਚਾਹਾਂਗੇ ਕਿ ਅੱਜ ਦੇ ਇਸ ਪਾਵਨ ਮੌਕੇ ਦੇ ਉੱਤੇ ਤੁਸੀਂ ਆਪਣੀ ਵਧਾਈ, ਆਪਣੇ ਭਾਵ, ਆਪਣੀਆਂ ਵਿਚਾਰਾਂ ਨੂੰ ਜ਼ਰੂਰ ਸਾਂਝੀਆਂ ਕਰੋ ਔਰ ਖਾਲਸੇ ਦੇ ਸਿਰਜਣਾ ਦਿਵਸ ਦੇ ਇਸ ਸਮਾਗਮ ਵਿੱਚ ਸ਼ਾਮਲ ਹੋ। ਇੱਕ ਵਕਫਾ। ਮੇਰੇ ਸਿੰਘ ਵਰਗਾ ਨਹੀਂ ਕੋਈ, ਫਤਿਹ ਸਿੰਘ ਵਰਗਾ ਨਾ ਕੋਈ, ਸਿੰਘ ਵਰਗਾ ਨਾ ਕੋਈ, ਰਾਜਾ ਹੋਵੇ ਦੁਨੀਆ ਦਾ, ਸਿੰਘ ਵਰਗਾ ਨਾ ਕੋਈ, ਰਾਜਾ ਹੋਵੇ ਦੁਨੀਆ ਦਾ, ਫਤਿਹ ਸਿੰਘ ਵਰਗਾ ਨਾ ਕੋਈ, ਰਾਜਾ ਹੋਵੇ ਦੁਨੀਆ ਦਾ, ਸਿੰਘ ਵਰਗਾ ਨਾ ਕੋਈ, ਰਾਜਾ ਹੋਵੇ ਦੁਨੀਆ ਦਾ। flymecheap.com ਹੁਣ ਕਰੋ ਵਰਲਡ ਵਿੱਚ ਕਿਤੇ ਵੀ ਸੈਰ ਡਿਸਕਾਊਂਟਡ 에ਅਰਫੇਅਰ ਪ੍ਰਾਈਸਿਸ ਤੇ। ਸਾਡੇ ਕੋਲ ਮਿਲੇਗੀ ਇਨਫੋਰਮੇਸ਼ਨ ਹਰ ਲੀਡਿੰਗ 에ਅਰਲਾਈਨ ਦੀ ਫਲਾਈਟਸ ਦੀ। 18 ਮਿਲੀਅਨ ਐਕਸਕਲੂਸਿਵ ਫਲਾਈਟ ਡੀਲਸ ਦੁਨੀਆ ਦੇ ਕਿਸੇ ਵੀ ਕੋਨੇ ਲਈ, ਜਿਸ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਬੈਸਟ ਫੇਅਰ ਡੀਲ। 24/7 ਕਸਟਮਰ ਸਰਵਿਸ ਸਾਡੇ ਟੋਲ ਫ੍ਰੀ ਨੰਬਰ ਤੇ 8553594878। ਵਿਜ਼ਿਟ ਕਰੋ ਸਹਾਰਾ ਟੂਰਸ ਐਂਡ ਟਰੈਵਲਸ 13222 ਰੌਕਵੇ ਬੁਲੇਵਾਰਡ, ਸਾਊਥ ਓਜ਼ਨ ਪਾਰਕ, ਨਿਊਯਾਰਕ 11420। मैच अच्छी रही? ये क्या? आज खाने में राइस? हमारी हेल्थ की कोई फिक्र ही नहीं। फिक्र है इसीलिए राइस नहीं, लक्ष्मी ब्राउन बासमती राइस है। लक्ष्मी ब्राउन बासमती राइस? हाँ पापा, ये देखिए, इसे खाने के कितने सारे हेल्थ बेनिफिट्स हैं। लक्ष्मी ब्राउन बासमती राइस है डाइजेशन के लिए आसान, इसमें कोलेस्ट्रॉल नहीं, टाइप 2 डायबिटीज के लिए हेल्दी है, और पता है इसमें हाई प्रोटीन कंटेंट, विटामिन बी और हाई फाइबर भी है। ये है आपके सेहत का सिक्सर। मैं भी हफ्ते में 3 या 4 बार खाती हूँ। और अब हम भी। लक्ष्मी ब्राउन बासमती राइस, स्वाद भी सेहत भी। Plasma Records and Rajveer Entertainment proudly presents Punjabi Virsa 2014. 3 brothers, 3 stars, 1 great show. ओ सानू आशिकी दा सर्टिफिकेट दे दियो, ਅਸੀਂ BAM ਕਰ ਕਿਹੜਾ ਹਿਸਾਬ ਲੱਗਣਾ। ਉਹ ਮਿਰਜ਼ਾਈ ਸੌਂ ਗਿਆ ਸੀ, ਨੀਂਦ ਡਰਾਈਵਰ ਨੂੰ ਨਾ ਆਵੇ, ਮਿਰਜ਼ਾਈ ਸੌਂ ਗਿਆ ਸੀ। ਆਪ ਦਾ ਸ਼ੁਕੀਨ ਮੁੰਡਾ ਇਹੀ ਗੱਲਾਂ ਭਾਲਦਾ, ਇਹੀ ਗੱਲਾਂ ਭਾਲਦਾ ਬਈ, ਇਹੀ ਗੱਲਾਂ ਭਾਲਦਾ। ਸਾਡੇ ਦਿਲ ਤੇ ਭਗਤ ਸਿੰਘ ਲਿਖਿਆ, ਕਾਗਜ਼ਾਂ ਦੀ ਲੋੜ ਕੋਈ ਨਾ। ਮੇਰਾ ਕੀਤੀਆਂ ਸ਼ੁਕਰ ਤੇਰਾ ਲੱਖ ਮਾਲਕਾ, ਲੱਖ ਮਾਲਕਾ, ਸਾਨੂੰ ਆਪਣੀ ਸ਼ਰਨ ਵਿੱਚ ਰੱਖ। The Vedic Store, USA ਦਾ ਲੀਡਿੰਗ ਆਯੁਰਵੈਦਿਕ ਸੁਪਰ ਸਟੋਰ, ਜਿੱਥੇ ਹੁਣ ਅਵੇਲੇਬਲ ਨੇ ਪ੍ਰੋਡਕਟਸ ਬਾਬਾ ਰਾਮਦੇਵ, ਹਿਮਾਲਿਆ, ਬੈਨੀਅਨ ਬੋਟੈਨੀਕਲਸ ਤੇ ਨਾਲ ਹੀ 100% ਆਰਗੈਨਿਕ ਇੰਡੀਅਨ ਫੂਡ। ਵਿਜ਼ਿਟ ਕਰੋ ਆਯੁਰਵੈਦਿਕ ਕੰਸਲਟੇਸ਼ਨ ਲਈ। ਫਾਇਦਾ ਲਓ ਆਯੁਰਵੈਦਿਕ ਰੈਮੀਡੀਜ਼ ਦਾ ਆਪਣੀਆਂ ਹੈਅਰ ਪ੍ਰੋਬਲਮਸ, ਹਾਰਟ, ਵੇਟ, ਜੁਆਇੰਟਸ, ਡਾਇਬੀਟੀਜ਼ ਤੇ ਹੋਰ ਵੀ ਕਈ ਪ੍ਰੋਬਲਮਸ ਲਈ। ਯੋਗਾ ਕਲਾਸਿਸ ਵਿੱਚ ਵੀ ਹਿੱਸਾ ਲਓ। ਕਾਲ ਕਰੋ 7183234892 ਤੇ। ਪਾਓ ਹਰ ਪ੍ਰੋਡਕਟ ਦੀ ਸ਼ਿਪਿੰਗ ਆਪਣੇ ਦਰਵਾਜ਼ੇ ਤੇ। ਅੱਜ ਹੀ ਆਪਣੀ ਸਿਹਤ ਲਈ ਜ਼ਿੰਮੇਵਾਰ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦੇਵ ਸਿੰਘ ਕੰਗ, ਮੁੱਖ ਸੇਵਾਦਾਰ ਗੁਰਦੁਆਰਾ ਸਿੱਖਲ ਸੁਸਾਇਟੀ ਰਿਚਮੰਡ ਵੱਲੋਂ ਸਮੂਹ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ, ਜੋ ਕਿ ਨਿਊਯਾਰਕ ਵਿੱਚ ਸਿੱਖ ਡੇ ਪਰੇਡ 26 ਅਪ੍ਰੈਲ ਦਿਨ ਸ਼ਨੀਚਰਵਾਰ 2014 ਨੂੰ ਕੱਢੀ ਜਾ ਰਹੀ ਹੈ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਵਿੱਚ ਹਮ ਹਮਾ ਕੇ ਪਹੁੰਚੋ, ਤਾਂ ਜੋ ਕਿ ਅਸੀਂ ਆਪਣੇ ਖਾਲਸੇ ਦੀ ਨਿਸ਼ਾਨੀ ਨੂੰ ਇਸ ਵਰਲਡ ਕੈਪੀਟਲ ਦੇ ਵਿੱਚ ਵੱਧ ਤੋਂ ਵੱਧ ਵਧਾ ਸਕੀਏ। ਸਮੂਹ ਬੱਚਿਆਂ ਭੈਣਾਂ ਨੂੰ ਇਹੋ ਹੀ ਬੇਨਤੀ ਕੀਤੀ ਜਾਂਦੀ ਆ ਕਿ ਵੀਰ ਮੇਰੇ ਦਸਤਾਰ ਜਿਹੜੀ ਆ ਉਸ ਦਿਨ ਨੂੰ ਕੇਸਰੀ ਸਜਾ ਕੇ ਆਉਣ ਤੇ ਭੈਣਾਂ ਕੇਸਰੀ ਦੁਪੱਟੇ ਲੈ ਕੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੈਟ ਪੰਜਾਬੀ ਦੇ ਦਾਨਿਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਦਾ ਇਹ ਪ੍ਰੋਗਰਾਮ ਦਾ ਮਕਸਦ ਖਾਲਸੇ ਦੇ ਸਿਰਜਣਾ ਦਿਵਸ ਦੇ ਉੱਤੇ ਉਸ ਦੇ ਮਕਸਦ ਨੂੰ ਹਜ਼ੂਰ ਨੇ ਜੋ ਫਰਮਾਇਆ, ਹਜ਼ੂਰ ਦੇ ਜਿਹੜੇ ਕਵੀ ਸਨ ਉਹਨਾਂ ਨੇ ਜੋ ਕੁਝ ਦੱਸਿਆ ਉਸ ਨੂੰ ਅਸੀਂ ਜ਼ਰੂਰ ਯਾਦ ਕਰਨਾ ਹੈ ਔਰ ਜਿਨ੍ਹਾਂ ਦੇ ਰਾਹੀਂ ਸਾਨੂੰ ਇਸ ਦੀ ਸਿਰਜਣਾ ਦੇ ਮਕਸਦ ਦਾ ਪਤਾ ਲੱਗਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਵੀਆਂ ਦੇ ਸੈਨਾਪਤੀ, ਜਿਨ੍ਹਾਂ ਦਾ ਨਾਮ ਗੁਰੂ ਸਾਹਿਬ ਨੇ ਖੁਦ ਸੈਨਾਪਤੀ ਰੱਖਿਆ, ਉਹਨਾਂ ਨੇ ਜਦੋਂ ਖਾਲਸੇ ਦੀ ਸਿਰਜਣਾ ਦਾ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਗੋਬਿੰਦ ਗੁਰ ਕਰਨਹਾਰ ਕਰਤਾਰ, ਜਗਤ ਉਦਾਹਰਨ ਆਇਓ ਜਾਨੋ ਸਭ ਸੰਸਾਰ। ਕਬਿਤ कल मैं करनहार निरंकार कल आधार, जगत के उधार बे गोबिंद सिंह आयो है। इस संसार के तारन लई गुरु गोबिंद सिंह साहब इस संसार के उत्ते आए हैं, पर जिहड़ा मकसद उन्होंने दसिया कि खालसे की सिरजना का मकसद की है, इस तो बाद दा शायद सारे का सारा इतिहास ही इन्हां दो लाइनां दे उत्ते आधारित है। कवि सैनापति दसते हैं, असुर सिंघारबे को, दुर्जन के मारबे को, संकट निवारबे को खालसा बनायो है। असुरां दा सिंगार करन लई, दुर्जनां दा नाश करन लई, संकट आम लोकां दे संकट दे निवारण लई ये खालसा बनिया है। ये खालसे दा मकसद जिहड़ा कवि सैनापति जिहड़े गुरु गोबिंद सिंह साहब दे समकाली सन और जिन्हां ने उन्हां दे कोल रह के गुरु गोबिंद सिंह साहब दे ज्योति जोत समान तो कुछ समा बाद ही उन्होंने ये गुरसोभा ग्रंथ दे विच वो सारा कुछ अंकित किया, जिहदे विचों बहुत कुछ उन्होंने गुरु साहब की बाणी दे विचों लैके उसनूं अपना आधार बना के वो सारे निशाने लिखे। जदों उन्होंने कहा कल में करनहार निरंकार कलाधार, जगत के उधार बे गोबिंद सिंह आयो है। असुर सिंगारबे को, दुर्जन के मारबे को, संकट निवारबे को खालसा बनायो है। सो ये मकसद सी खालसे दी सिरजना दा। मगर इस मकसद लई जदों गुरु साहब खुद कहते हैं कि मैनू संसार दे उत्ते आउण दी गल कही गई तां चित ना भयो हमरो आवन के, मेरा चित नहीं सी करदा। फर्क इत्थे ही है, उन्हां दा चित इस जगत विच आउण नूं नहीं करदा, साडा चित इत्थों जाण ते नहीं करदा। चित ना भयो हमरो आवन कै, चुभी रही सुरत प्रभ चरणन में, ज्यों त्यों प्रभ हमको समझायो, इम कह के ये लोक पठायो। मैनू अकाल पुरख ने जिस तरीके दे नाल समझाया वो लंबी वार्ता गुरु साहब ने खुद अंकित की, पर अखीर दे विच जिहड़ी गल की कि ये कहा बचन दिता कि मैं अपना सो तोहे निवाजा, पंथ परचुर करबे को साजा, जाहे तहाँ ते धर्म चलाए, कबुद्ध करन ते लोक हटाए। ठाड़ भयो मैं जोर कर, बचन कहा सिर न्याय, पंथ चले तब जगत में, जब तुम करो सहाय। ये मकसद सी खालसे दी सिरजना दा मकसद, इस पंथ नूं प्रचार दा मकसद लैके गुरु साहब इस जगत दे विच मात लोक दे विच आए। तुसी अपने विचार दे सकते हो, वधाई दे सकते हो। तुसी की समझते हो कि खालसे दा जिहड़ा मकसद हजूर दस रहे हैं वो कित्थे तक असी पहुँचे हाँ, उस मंजिल दे विच साडा सफ़र कित्थे तक तय होया है। हजूर ने कहा कि ए कारण प्रभ मोहे पठायो, तब मैं जगत जन्म धर आयो। पर एक गल उन्होंने कही कि बहुत ही साफ गल है, जिन तिम कही तिने तिम कहे हों, और किसू ते बैर ना गए हों। मेरी किसी नाल विरोधता नहीं है, जो अकाल पुरख ने कहा है बिल्कुल वही गल कहांगा। पर जिवें इत्थों दे संस्कृति दा एक विशेष गुण सी या एक विशेषता सी, जदों भी किसी ने कुछ दे दिता, जदों भी किसी कोलों कुछ प्राप्त हो गया, उसनूं भगवान कह दिता जाता सी, उसनूं रब मन लिया जाता सी। इस फितरत दा पता है गुरु साहब नूं, उन्होंने इस बारे
ਬਹੁਤ ਹੀ ਸਾਫ਼ ਤਾੜਨਾ ਕੀਤੀ, ਬਹੁਤ ਹੀ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਕਿਧਰੇ ਗੁਰੂ ਸਾਹਿਬ ਨੂੰ ਵੀ ਰੱਬ ਨਾ ਕਹਿ ਲਿਆ ਜਾਏ। ਉਹ ਅਕਾਲ ਪੁਰਖ ਦੀ ਪੂਜਾ ਦੇ ਲਈ ਆਏ, ਨਾ ਕਿ ਵਿਅਕਤੀ ਵਿਸ਼ੇਸ਼ ਦੀ ਪੂਜਾ ਦੇ ਲਈ। ਤੁਹਾਡੇ ਵਿਚਾਰ? ਜੀ ਆਇਆਂ ਨੂੰ। ਹੈਲੋ ਹੈਲੋ, ਟੀਵੀ ਦੀ ਆਵਾਜ਼ ਬੰਦ ਕਰੋਗੇ? ਹਾਂਜੀ ਹੈਲੋ, ਤੁਹਾਡੇ ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਪਿਆਰਾ ਸਿੰਘ ਬੋਲਦਾ ਜੀ। ਜੀ 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 ਆਇਆਂ ਨੂੰ ਪਿਆਰਾ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪਿਆਰਾ ਸਿੰਘ ਜੀ, ਹੁਕਮ ਕਰੋ। ਹਾਂ ਜੀ, ਬੇਨਤੀ ਹੈ ਅੱਜ ਸਰਬੱਤ ਖਾਲਸਾ ਜੀ ਨੂੰ ਬਹੁਤ ਖੁਸ਼ੀਆਂ ਭਰਿਆ ਦਿਵਸ, ਇਹ ਖਾਲਸਾ ਸਾਜਨਾ ਪੁਰਬ ਜਾਣ ਕੇ 1.25 ਲੱਖ ਵਧਾਈ ਸਿੱਖਾਂ ਨੂੰ ਹੋਵੇ 10 ਵੱਲੋਂ। ਜੀ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਤੁਹਾਡੀ ਵਧਾਈ, ਖੈਰ ਮੁਬਾਰਕ ਜੀ। ਸੋ ਹਜ਼ੂਰ ਨੇ ਜਿਹੜੀ ਗੱਲ ਕਹੀ, ਉਹਨਾਂ ਨੂੰ ਇਸ ਫਿਤਰਤ ਦਾ ਅੰਦਾਜ਼ਾ ਸੀ। कितने सटीक और साफ लफ्ज़ हैं जो हमको परमेश्वर उचरे हैं, ते सब नरक कुंड में परे हैं। मोको दास तवन का जानो, या मैं भेद न रंच पछानो। मैं हूँ परम पुरख को दासा, देखने आयो जगत तमासा। जो प्रभ जगत कहा सो कहे हो, मृत लोक ते मौन न रहे हों। हेलो हेलो, हाँ जी, कौन बोल रहे जी? गेट पंजाबी जी जी, गेट पंजाबी तो जी, हुक्म करो, कौन बोल रहे जी? मैं महेंद्रजीत पुरी है जी, मैं डेनवर कोलोराडो ਤੋਂ बोल रहा हूं। जी जी जी, पुरी साहब जी, हुक्म करो, की कहना? ਲਾਂਬਾ ਸਾਹਿਬ ਦੀਆਂ ਗੱਲਾਂ ਸੁਣਦਾ ਪਿਆ। मैं बोल रहा जी, गुरचरणजीत सिंह लांबा बोल रहे जी। अच्छा, सत श्री अकाल। सत श्री अकाल जी, सत श्री अकाल जी, आया नु। ਲਾਂਬਾ ਸਾਹਿਬ, मैं इतना इंप्रेस हैगा ਤੁਹਾਡੇ ਤੇ ਕਿ मैं ਅੱਜ बड़ी देर तो ਤੁਹਾਡੀ डेली सुनना, मैं कोई सारे काम ਛੱਡ ਕੇ ਸੁਣਨਾ। ਪਰ ਇਹਦਾ ਇਫੈਕਟ ਸਾਡੇ ਲੋਕਾਂ ਉੱਤੇ ਤੇ ਬਹੁਤ ਜ਼ਿਆਦਾ ਹੈਗਾ ਜੀ। ਲੇਕਿਨ ਇਹ ਪੰਜਾਬ ਦੇ ਵਿੱਚ ਵੀ ਕਿਉਂ ਨਹੀਂ ਪਹੁੰਚਦਾ ਪਿਆ ਤੁਹਾਡੇ ਮੈਸੇਜ ਜੀ? ਉੱਥੇ ਜਿਹੜੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਵੀ ਕੁਝ ਕਹਿ ਕੇ ਗਏ, ਸੱਚਾਈ ਕਹਿ ਕੇ ਗਏ, ਉਹ ਸਿੱਖ ਕੌਮ ਨੂੰ ਗਾਈਡੈਂਸ ਵਾਸਤੇ ਦੇ ਕੇ ਗਏ ਜੀ। ਉਹ ਕਹਿ ਕੇ ਗਏ ਕਿ ਸਿੱਖ ਕੌਮ ਜਿਹੜੀ ਬਣਾਈ ਹੈ ਇਹ ਇਹਨਾਂ ਅਸੂਲਾਂ ਤੇ ਚੱਲੇ ਜੀ। ਅੱਜ ਸਾਡੀ ਜਿਹੜੀ ਸਿੱਖ ਕੌਮ ਹੈ ਕਿਹੜੇ ਪਾਸੇ ਜਾ ਰਹੀ ਹੈ? ਕਿਉਂ ਕਿ ਰਿਲੀਜੀਅਸ ਐਂਡ ਪੋਲਿਟਿਕਸ ਦੋਨੋਂ ਨੂੰ ਮਿਲਾਤਾ ਉਹਨਾਂ ਨੇ। ਕਮਰਸ਼ੀਅਲ ਦੁਕਾਨਾਂ ਖੁੱਲ ਗਈਆਂ ਜੀ। ਮਸਲੇ ਪੰਜਾਬ ਦੇ ਕੀ ਹੋ ਰਿਹਾ, ਲੜਾਈਆਂ ਲੜ ਰਹੇ ਨੇ ਆਪਸ ਵਿੱਚ ਜੀ, ਇਲੈਕਸ਼ਨ ਲੜ ਰਹੇ ਹਨ ਜੀ। ਕਿਆ ਕੋਈ ਫੈਕਟ ਹੈ ਨਹੀਂ। ਇਹਨਾਂ ਲੋਕਾਂ ਨੇ ਦਵਾਈਆਂ ਪੈਸੇ ਆਪਣੇ ਪੰਜਾਬ ਦੇਖੋ, ਦਿੱਲੀ ਦੇਖੋ, ਸਾਰੇ ਪਾਸੇ ਬੁਰਾ ਹੀ ਹਾਲ ਕਰਤਾ ਇਹਨਾਂ ਨੇ। ਬੇਇੱਜ਼ਤੀਆਂ ਹੋ ਰਹੀਆਂ, ਡਰੱਗ ਦੇ ਬਿਜ਼ਨਸ ਸ਼ੁਰੂ ਕੀਤੇ। ਕੀ ਕਰੀਏ? ਸਾਨੂੰ ਅਸੀਂ ਤੇ ਦੁੱਖ ਆਉਂਦਾ ਹੈ ਕਿ ਕੌਮ ਦਾ ਬੇੜਾ ਗਰਕ ਕਰ ਰਹੇ। ਅਸੀਂ ਅਮਰੀਕਾ 'ਚ ਬੈਠੇ ਹਾਂ ਤੇ ਦੁਖੀ ਹੋ ਰਹੇ ਹਾਂ ਵੇਖ ਵੇਖ ਕੇ ਟੀਵੀਆਂ ਨੂੰ ਬਈ ਕੀ ਹੋਏਗਾ, ਇਹਦਾ ਇਲਾਜ ਕੀ ਹੈਗਾ? ਕੁਛ ਨਹੀਂ ਹੈਗਾ। ਕੋਈ ਬੰਦਾ ਇਹ ਨਿਕਲਦਾ ਹੀ ਨਹੀਂ ਪਿਆ ਅੱਗੇ ਜਿਹੜਾ ਕਿਸੇ ਕੌਮ ਨੂੰ ਗਾਈਡ ਕਰੇ। ਤੁਹਾਡੇ ਵਿਚਾਰ ਬਹੁਤ ਕੀਮਤੀ ਹੈ, ਪਰ ਇੱਕ ਬੇਨਤੀ ਹੈ ਕਿ ਸਮਾਂ ਕਦੇ ਵੀ, ਸ਼ਾਇਦ ਕਦੇ ਵੀ ਕੋਈ ਐਸਾ ਸਮਾਂ ਨਹੀਂ ਹੋਇਆ ਜਿਸ ਨੂੰ ਬਹੁਤ ਚੰਗਾ ਕਿਹਾ ਜਾ ਸਕਦਾ। ਗੁਰੂ ਨਾਨਕ ਪਾਤਸ਼ਾਹ ਵੇਲੇ ਦੇ ਸਮੇਂ ਵੀ ਉਹਨੂੰ ਕਿਹਾ ਸੀ ਹਜ਼ੂਰ ਨੇ, ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ। ਇਹ ਫਿਤਰਤ ਸ਼ੁਰੂ ਤੋਂ ਚਲਦੀ ਆਈ ਹੈ, ਪਰ ਲੋੜ ਹੈ ਅਸੀਂ ਆਪਣਾ ਫਰਜ਼ ਸੰਭਾਲੀਏ, ਸਾਹਮਣੇ ਆਪਣੀ ਮੰਜ਼ਿਲ ਨੂੰ ਦੇਖੀਏ, ਆਪਣੇ ਨਿਸ਼ਾਨੇ ਨੂੰ ਸਾਹਮਣੇ ਰੱਖੀਏ, ਗੁਰੂ ਦੇ ਸਨਮੁਖ ਹੋ ਕੇ ਫਿਰ ਅਸੀਂ ਉਹਦੇ ਮੁਤਾਬਕ ਅਗਰ ਆਪਣੇ ਆਪ ਨੂੰ ਢਾਲਾਂਗੇ ਤਾਂ ਸ਼ਾਇਦ ਤਬਦੀਲੀ ਆਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਥੈਂਕ ਯੂ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ। ਲਾਂਬਾ ਸਾਹਿਬ, ਸਿੱਖ ਪੰਥ ਇੱਕ ਨਿਰਾਲਾ ਪੰਥ ਇਸ ਕਰਕੇ ਹੈ ਕਿ ਇਹ ਪ੍ਰਗਟ ਹੋਇਆ ਪੰਥ ਹੈਗਾ, ਜਿਹੜਾ ਕਿ ਅਕਾਲ ਪੁਰਖ ਦੀ ਫੌਜ ਆ, ਅਕਾਲ ਪੁਰਖ ਦੀ ਹੀ ਇਹ ਮੌਜ ਹੈ। ਜੀ ਜੀ ਜੀ। ਕਰਕੇ ਇਹ ਕਿਉਂ ਨਿਰਾਲਾ ਆ? ਇਹ ਦੁਨੀਆ ਨੂੰ ਇੱਕ ਐਸੀ ਡਾਇਰੈਕਸ਼ਨ ਦੇਣ ਵਾਲਾ, ਕਿਸੇ ਹਿਊਮੈਨਿਟੀ ਐਟ ਲਾਰਜ ਨੂੰ ਜੀ, ਦੁਨੀਆ ਵਿੱਚ ਐਸਾ ਕੋਈ ਅਜਿਹਾ ਪੰਥ ਅੱਗੇ ਨਹੀਂ ਹੈਗਾ ਜਿਹੜਾ ਕਿ ਇਹ ਆਪਣੇ ਆਪ ਦੇ ਵਿੱਚ ਨਿਰਾਲਾਪਨ ਹੈਗਾ। ਸਾਰੀ ਹਿਊਮੈਨਿਟੀ ਨੂੰ ਅਗਵਾਈ ਕਰਨ ਵਾਲਾ ਹੈਗਾ, ਇੱਕ ਡਾਇਰੈਕਸ਼ਨ ਦੇਣ ਵਾਲਾ ਹੈਗਾ, ਸੱਚਾਈ ਦਾ ਰਸਤਾ ਦੱਸਣ ਵਾਲਾ ਹੈਗਾ। ਤੇ ਲੋਕ, ਜੇ ਤੁਸੀਂ ਬਾਈਬਲ ਨੂੰ ਪੜ੍ਹੋ ਤਾਂ ਲੋਕ ਵੀ ਇਸੇ ਦੀ ਗੱਲ ਕਰਦਾ, ਖਾਲਸਾ ਪੰਥ ਦੀ ਗੱਲ ਕਰਦਾ ਕਿ ਐਸਾ ਹੀ ਰਾਜ ਹੋਣਾ ਚਾਹੀਦਾ, ਉਹਦੀਆਂ ਕਲਾਦਾਂ 38
40 41 42 45 46 पढ़ लो यही है ईवन ईसाइयां दी प्रेयर भी यही कहती है सनातन धर्म भी राम राज की गल करता है बस खालसा पंथ इन्हां चीज़ां दी अगवाई करता है इस करके इहदा जिहड़ा फ्यूचर है बहुत ही जदों दुनिया समझ गई ना तो इहदा फ्यूचर बहुत ही ब्राइट होएगा राज करेगा खालसा आकी रहना कोई दा निशाना बिल्कुल पूर्ण सच मुझ पूरा होएगा इस करके सही तौर पे खालसा जिहड़ा हैगा ਵਧਾਈ ਦਾ ਪਾਤਰ ਹੈਗਾ ਜੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ठीक बहुत बहुत धन्यवाद तुहाडा सररतन सिंह जी जी आਇਆਂ ਨੂੰ सो समा है एक छोटे ਜਿਹੇ वक्फे ਦਾ ਮੁੜ ਹਾਜ਼ਰ ਹੁੰਨੇ ਆ ਤੁਸੀਂ ਸਾਡੇ ਨਾਲ ਬਣੇ ਰਹੋ और अपने विचार जरूर दर्ज कराओ एक वक्फे ਦੇ बाद मेरे साथ चलो मेरे साथियों चटपट की दुनिया के मजे लूट लो पापा मम्मी दादा दादी फ्रेंड्स को बुलाओ चटपट के मैजिक में सभी खो जाओ चटपट के मैजिक चटपट के मैजिक बिगी लाइफ में ले आओ मजा चटपट सा मैजिकल टेस्ट भरा बोरिंग दही को बनाओ इंटरेस्टिंग पूरी पे डालो ये मैजिकल स्प्रिंकलिंग अकेले खाओ या सभी के साथ खाओ चटपट की दुनिया में सभी खो जाओ खाने के साथ या इवनिंग टाइम स्नैक मजा आए तब जब खोले ये चटपट का पैक चटपट गायब हो जाए चटपट Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. सुपना चाहे शानदार कार दा होवे या ऑफिस दा, सच करता है सहारा कंस्ट्रक्शंस, जिथे रेजिडेंशियल, कमर्शियल, न्यू हाउस कंस्ट्रक्शन, मॉडिफिकेशन, फ्रेमिंग, एक्सटेंशन, डॉर्मर, रेनोवेशन, इंटीरियर या एक्सटीरियर हर तरह की सुविधा अवेलेबल है। साडा पता है 25312 85 एवेन्यू, बेलरोज, नाई 11426। और जानकारी ਲਈ 102 फैमिली कस्टमाइज्ड हाउसेस ਲਈ ਅਤੇ फ्री एस्टीमेट ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕੰਟੈਕਟ ਨੰਬਰ 7188316970 and 7182855945। ਇਹਨਾਂ ਨੰਬਰਸ ਤੇ ਤੁਸੀਂ ਫ੍ਰੀ ਐਸਟੀਮੇਟ ਲਈ ਵੀ ਕਾਲ ਕਰ ਸਕਦੇ ਹੋ। ਮੇਰੇ ਸਿੰਘ ਵਰਗਾ ਨਹੀਂ ਕੋਈ, ਛੱਤਰ ਸਿੰਘ ਵਰਗਾ ਨਾ ਕੋਈ, ਸਿੰਘ ਵਰਗਾ ਨਾ ਕੋਈ, ਰਾਜਾ ਹੋਵੇ ਦੁਨੀਆ ਦਾ, ਸਿੰਘ ਵਰਗਾ ਨਾ ਕੋਈ, ਰਾਜਾ ਹੋਵੇ ਦੁਨੀਆ ਦਾ, ਛੱਤਰ ਸਿੰਘ ਵਰਗਾ ਨਾ ਕੋਈ, ਰਾਜਾ ਹੋਵੇ ਦੁਨੀਆ ਦਾ, ਸਿੰਘ ਵਰਗਾ ਨਾ ਕੋਈ, ਰਾਜਾ ਹੋਵੇ ਦੁਨੀਆ ਦਾ। ਪੰਜਾਬੀਆਂ ਦੀ ਪਪੂਲਰ ਡਿਮਾਂਡ ਨੂੰ ਦੇਖਦਿਆਂ ਸਾਮਰਾ ਪ੍ਰੋਡਿਊਸ ਐਕਸਪ੍ਰੈਸ ਖੁੱਲ ਗਿਆ ਹੁਣ ਆਰਟੀਸੀਆ ਕੈਲੀਫੋਰਨੀਆ ਵਿੱਚ। ਫਰੈਸ਼ ਸੀਜ਼ਨਲ ਵੈਜੀਟੇਬਲਸ, ਫਰੂਟਸ ਤੇ ਇੰਡੀਅਨ ਗਰੋਸਰੀਜ਼ ਦਾ ਖਜ਼ਾਨਾ। ਐਵਰੀਡੇ ਫਰੈਸ਼ ਪ੍ਰੋਡਿਊਸ ਡਾਇਰੈਕਟਲੀ ਫਰਮ ਦ ਫਾਰਮ। ਰਿਲੀਜੀਅਸ ਇਵੈਂਟਸ ਤੇ ਰੈਸਟੋਰੈਂਟਸ ਲਈ ਸਪੈਸ਼ਲ ਪ੍ਰਾਈਸਿਸ। For shipping all over US and Canada, call 213-486-0086. Samra Produce, #1 wholesale distributor पूरे अमेरिका ते कैनेडा विच। This ad is sponsored by Samra Produce. Mirage Banquet Hall and Restaurant. वेडिंग होवे या बर्थडे पार्टी, मिराज है परफेक्ट हर सेलिब्रेशन ਲਈ। Mirage Indian cuisine with proper sitting facility. Visitors ਲਈ private parking facility भी available है।
ਗੁਰਦੁਆਰਾ ਸਿੱਖ ਸੁਸਾਇਟੀ ਰਿਚਮੰਡ ਹੱਲ ਵੱਲੋਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਨਿਆਟਨ ਵਿਖੇ ਕੱਢੀ ਜਾ ਰਹੀ ਹੈ। ਇਹ ਪਰੇਡ 12 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਕਰਦੇ ਹਾਂ ਔਰ ਇੱਕ ਵਾਰ ਫਿਰ ਸਾਰੇ ਜਗਤ ਨੂੰ ਖਾਲਸੇ ਦੇ ਸਿਰਜਣਾ ਦਿਵਸ ਦੀ ਵਧਾਈ ਦਿੰਦਿਆਂ ਹੋਇਆਂ ਜੀ ਆਇਆਂ ਨੂੰ ਬਹੁਤ ਬਹੁਤ ਮੁਬਾਰਕ ਤੇ ਤੁਹਾਡੇ ਵਿਚਾਰ। ਹਾਂਜੀ, ਕੌਣ ਬੋਲ ਰਹੇ ਜੀ? ਹੈਲੋ। ਹਾਂਜੀ, ਹੈਲੋ। ਹੈਲੋ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਪ੍ਰਗਟ ਸਿੰਘ ਬਲ ਬੋਲਦਾ ਜੀ, ਫਰੀ ਮੋੜ ਤੋਂ। ਜੀ ਜੀ ਜੀ, ਬਲ ਸਾਹਿਬ ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ। ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਗੈਟ ਪੰਜਾਬੀ ਦੇ ਸਾਰੇ ਵੇਖਣ ਵਾਲਿਆਂ ਨੂੰ ਜੀ, ਸਾਰੀ ਤੁਹਾਡੀ ਸਮੁੱਚੀ ਟੀਮ ਨੂੰ ਖਾਲਸਾ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ। ਜੀ ਜੀ ਜੀ, ਬਹੁਤ ਖੈਰ ਮੁਬਾਰਕ। ਸਭ ਤੋਂ ਪਹਿਲਾਂ ਤੇ ਜਿੰਨਾ ਤੁਸੀਂ ਚਾਨਣਾ ਪਾਇਆ, ਮੇਰਾ ਖਿਆਲ ਹੈ ਸਾਨੂੰ ਤਾਂ ਨਹੀਂ ਇੰਨੀ ਨੌਲੇਜ, ਹੋਰ ਕੋਈ ਰੱਖਦਾ ਹੋਵੇ ਤੇ ਮੈਂ ਕਹਿ ਨਹੀਂ ਸਕਦਾ। ਬਹੁਤ ਤੁਸੀਂ ਚੰਗੀਆਂ ਗੱਲਾਂ ਦੱਸ ਕੇ 1978 ਤੋਂ ਲੈ ਕੇ ਜਿਹੜਾ ਦਿਖਾ ਤੇ ਇਹ ਜਿੰਨਾ ਧਰਮ ਯੁੱਧ ਮੋਰਚੇ ਤੇ ਜਾਂ ਹੁਣ ਤਾਂ ਹੀ ਭੋਗਿਆ 1978 ਚ ਅਕਾਲੀ ਸਰਕਾਰ ਨੇ ਉਹਦਾ ਮੁੱਢ ਰੱਖਿਆ। ਜੀ 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 ਜੀ, ਆਪਣੀ ਸਰਕਾਰ ਦੇ ਹੁੰਦਿਆਂ 13 ਨੱਥੇ ਲੋਕਾਂ ਨੂੰ ਮਰਵਾ ਦੇਣਾ। ਜ਼ਿਲ੍ਹੇ ਵਾਲੇ ਬਾਗ ਦੇ ਨੱਥੇ ਮਾਰੇ ਤੇ ਉਹਨਾਂ ਦਾ ਫੇਰ ਵੀ ਮੁੱਲ ਪੈ ਗਿਆ, ਉਹਨਾਂ ਦਾ ਮੁੱਲ ਵੀ ਕੋਈ ਨਹੀਂ ਪਿਆ। ਇੱਕ ਨਿੱਕਾ ਜਿਹਾ ਜ਼ਬਰਦਸਤੀ ਉਹ ਵੀ ਮੁੰਡਿਆਂ ਨੇ ਗੁਰਦੁਆਰਾ ਬਣਾਤਾ ਸ਼ਹੀਦਾਂ ਦੀ ਯਾਦ 'ਚ ਜੀ। ਤੇ ਕਦੀ ਇਹਨਾਂ ਕੋ ਸਾਡੇ ਪੰਥ ਦੇ ਮਾਲਕਾਂ ਕੋ ਵੀ ਟਾਈਮ ਨਹੀਂ ਲੱਗਾ ਕਿ ਉਹਨੂੰ ਜਾ ਕੇ ਹੋਰ ਪ੍ਰਫੁੱਲਤ ਕਰ ਲਿਆ ਜਾਵੇ ਜਾਂ ਉੱਥੇ ਯਾਦਗਾਰ ਮਨਾਈ ਜਾਵੇ। ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੁਹਾਡੇ ਵਿਚਾਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਇੰਨਾ ਹੋਰ ਚਾਨਣਾ ਪਾਇਆ। ਗੁਰੂ ਮਹਾਰਾਜ ਨੇ ਸਿੱਖ ਧਰਮ ਦੀ ਤੇ ਸੱਚ ਦੀ ਨੀਂਹ ਰੱਖੀ। ਅਸੀਂ ਖਾਲਸਾ ਦਾ ਮੀਨਿੰਗ ਆਪਣੇ ਕੰਮ ਭਾਵੇਂ ਪੁੱਠੇ ਕਰੀਏ ਤੇ ਖਾਲਸੇ ਗਾਤਰਾ ਸਾਹਿਬ ਪਾ ਕੇ ਬਣ ਜਾਈਏ। ਉਹਨਾਂ ਇਹ ਨਹੀਂ ਤਰੀ, ਉਹਨਾਂ ਨਾਲ ਇਹ ਵੀ ਕਿਹਾ ਵੀ ਖਾਲਸਾ ਧਰਮ ਦੀ ਤੇ ਆਪਣੇ ਗਰੀਬਾਂ ਦੀ, ਇਮਾਨਦਾਰ ਤੇ ਸੱਚਿਆਂ ਦੀ ਮਦਦ ਕਰਨ ਵਾਸਤੇ ਆਪਣਾ ਪਰਿਵਾਰ ਵਾਰਿਆ ਤੇ ਜਿਹੜਾ ਖਾਲਸਾ ਉਹ ਵੀ ਮੇਰਾ ਹੀ ਰੂਪ। ਜੀ ਜੀ ਜੀ, ਬਿਲਕੁਲ ਬੜੀ ਲੋੜ ਹੈ ਉਹਨਾਂ ਦੇ ਪੂਰਨੇ ਤੇ ਚੱਲਣ ਦੀ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਿਲਕੁਲ ਇਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਆਪਣਿਆਂ ਨੇ ਕੁਛ ਨਹੀਂ ਕੀਤਾ ਤਾਂ ਹੀ ਉਹ ਕਿਸੇ ਨੇ ਅਰਦਾਸ ਕੀਤੀ ਸੀ, ਵਾਹਿਗੁਰੂ ਮੈਨੂੰ ਆਪਣਿਆਂ ਕੋ ਬਚਾ ਲਈ, ਦੁਸ਼ਮਣਾਂ ਕੋਲੋਂ ਮੈਂ ਬਚ ਸਕਦਾ। ਖੈਰ ਜਿਹੜੀ ਗੱਲ ਗੁਰੂ ਸਾਹਿਬ ਨੇ ਬਾਰੇ ਕੰਕਣ ਕਵੀ ਨੇ ਕਹੀ, ਜੇ ਬਿਦ ਪਾਹੁਲ ਗੁਰਦਈ ਤੇ ਬਿਦ 300 ਲੀਨ, ਆਪ ਸਿੱਖ ਤਿਨਕਾ ਭਇਆ ਇਹੀ ਕਾਮ ਗੁਰਕੀਨ। ਵਾਹਿਗੁਰੂ ਇਹ ਬਚਨ ਸੁਨਾਇਆ, ਗੁਰੂ ਖਾਲਸਾ ਨਾਮ ਧਰਾਇਆ, ਤੁਮ ਮੇਰੇ ਮੈਂ ਤੁਮਰਾ ਹੁਆ, ਤੁਮਰਾ ਹਮਰਾ ਗੁਰੂ ਨਾ ਦੂਆ। ਇਹ ਕਮਾਲ ਜਿਹੜਾ ਕੀਤਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰੂ ਸਾਹਿਬ ਨੇ ਕਿਹਾ ਮੇਰਾ ਵੀ ਤੇ ਤੁਹਾਡਾ ਵੀ ਗੁਰੂ ਇੱਕੋ ਹੀ ਹੈ, ਤੁਸੀਂ ਮੇਰੇ ਹੋ, ਮੈਂ ਤੁਹਾਡਾ ਹਾਂ। ਜਿਸ ਵਿਧੀ ਨਾਲ ਗੁਰੂ ਸਾਹਿਬ ਨੇ ਉਹਨਾਂ ਨੂੰ ਪਾਹੁਲ ਦਿੱਤੀ, ਉਸੇ ਵਿਧੀ ਦੇ ਨਾਲ ਉਹਨਾਂ ਕੋਲ ਲਈ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਹਾਂਜੀ ਕੌਣ ਬੋਲੇ ਜੀ? ਮੈਂ ਅਜੀਤ ਸਿੰਘ ਬੋਲਣਾ ਜਨਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਆਇਆਂ ਨੂੰ। ਅਜੀਤ ਸਿੰਘ ਜੀ, ਸੁਭਾਗ ਭਰੀ ਵਿਸਾਖੀ ਦੇ ਤੁਹਾਡੇ ਥਰੂ ਸਿੱਖ ਜਗਤ ਨੂੰ ਜੀ ਮੇਰਾ ਨਮਨ ਜੀ, ਮੇਰੀ ਸਤਿ ਸ਼੍ਰੀ ਅਕਾਲ ਜੀ ਜੀ। ਔਰ ਮੈਂ ਇੱਕ ਨਿਮਾਣਾ ਜਿਹਾ ਆਦਮੀ ਹਾਂ ਜੀ। ਹੁਕਮ ਕਰੋ, ਕੀ ਸੁਨੇਹਾ ਦੇਣਾ ਚਾਹੁੰਦੇ? ਸੁਨੇਹਾ ਜਨਾਬ ਇਹ ਹੈ ਕਿ ਅਸੀਂ ਸਾਰੇ ਲੱਗੇ ਹੋਏ ਹਾਂ। ਉਹ ਇਹ ਨਹੀਂ ਕਰਦਾ, ਉਹ ਇਹ ਕਰਦਾ, ਇਹ ਨਹੀਂ ਕਰਦਾ, ਮੈਂ ਕੀ ਕਰਦਾ? ਹਾਂਜੀ, ਕਿਸੇ ਨੇ ਆਪਣੇ ਆਪ ਨੂੰ ਪਰਚੋਲਿਆ ਕਿ ਮੈਂ ਕੀ ਕਰਦਾ? ਜੀ ਜੀ ਜੀ। ਮੈਂ ਅੱਜ ਹੱਥ ਜੋੜ ਕੇ ਸਿਰ ਨਿਵਾ ਕੇ ਤੁਹਾਡੇ ਅੱਗੇ ਅਰਦਾਸ ਕਰਨਾ ਕਿ ਇੱਕ
ਆਪਣੇ ਵੱਲੋਂ ਸੁਨੇਹਾ ਦਿਓ ਜੀ ਸਿੱਖ ਜਗਤ ਨੂੰ ਕਿ ਭਾਈ ਕਿਸੇ ਤੇ ਦੋਸ਼ ਲਾਉਣ ਦੀ ਬਜਾਏ ਆਪਣੇ ਆਪ ਨੂੰ ਦੇਖੋ ਤੁਸੀਂ ਕੀ ਕਰ ਰਹੇ ਹੋ। ਜੀ ਜੀ ਜੇ ਹਰ ਆਦਮੀ ਜੀ ਅੱਜ ਦੀ ਰਾਤ ਇਹ ਸੋਚ ਲਵੇ ਕਿ ਮੈਂ ਠੀਕ ਹੋ ਜਾਣਾ ਤਾਂ ਸਾਰਾ ਸਿੱਖ ਜਗਤ ਠੀਕ ਹੋ ਗਿਆ। ਜੀ ਬਿਲਕੁਲ ਕਿਸੇ ਨੂੰ ਕਹਿਣ ਦੀ ਕੀ ਲੋੜ ਹੈ। ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ ਤੁਹਾਡੇ ਵਿਚਾਰ ਮੁਬਾਰਕ ਹੈ। ਇਹੀ ਗੱਲ ਮਾਸਟਰ ਤਾਰਾ ਸਿੰਘ ਜੀ ਨੇ ਵੀ ਕਹੀ ਸੀ ਕਿ ਅੱਜ ਇੱਕ ਲਹਿਰ ਸ਼ੁਰੂ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਆਪ ਨੂੰ ਸਿੱਖ ਬਣਾਈਏ। ਮੰਨਣਾ ਤੇ ਅਸੀਂ ਹੈ ਨਾ, ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਸੁਧਾਰਾਂਗੇ। ਜੀ ਜੀ ਬਹੁਤ ਬਹੁਤ ਲੀਡਰਸ ਕਹਿ ਕੇ ਚਲੇ ਜਾਣਗੇ, ਹਾਂਜੀ ਸਾਡੇ ਨਾਲ ਥੋੜੀ ਰਹਿਣਗੇ ਸਾਰੀ ਉਮਰ, ਜਾਂ ਅਸੀਂ ਰਹਾਂਗੇ ਕਿਸੇ ਨਾਲ ਸਾਰੀ ਉਮਰ। ਠੀਕ ਹੈ, ਤੁਹਾਡਾ ਸੁਨੇਹਾ ਜਿਹੜਾ ਤੁਸੀਂ ਸਾਨੂੰ ਕਹਿ ਰਹੇ ਹੋ ਦੇਣ ਵਾਸਤੇ, ਤੁਹਾਡਾ ਸੁਨੇਹਾ ਸਾਰੇ ਜਗਤ ਵਿੱਚ ਜਾ ਰਿਹਾ ਹੈ। ਔਰ ਬਿਲਕੁਲ ਜਿਹੜਾ ਅਸਲੀ ਇਹੀ ਹੈ, ਪਹਿਲੇ ਮਨ ਪ੍ਰਬੁੱਧ ਹੋ ਆਪਣਾ ਪਾਛੇ ਅਵਰ ਰਿਝਾਵੋ। ਪਹਿਲੇ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਉਹ ਬਣਾਈਏ, ਆਪਣੇ ਆਪ ਨੂੰ ਸੁਧਾਰੀਏ ਤੇ ਤਾਂ ਹੀ ਕੋਈ ਕੰਮ ਬਣੇਗਾ ਨਹੀਂ। ਔਰ ਜੀ ਇਸੇ ਕਰਕੇ ਗੁਰੂ ਸਾਹਿਬ ਨੇ ਜਿਹੜੇ ਆਦਰਸ਼ ਵੀ ਦਿੱਤੇ, ਬਹੁਤ ਹੀ ਸਾਫ਼ ਲਫ਼ਜ਼ਾਂ 'ਚ ਉਹਨਾਂ ਨੇ ਕਿਹਾ ਕਿ ਜਾਗਤ ਜੋਤ ਜਪੈ ਨਿਸਬਾਸਰ। ਉਸ ਜਾਗਦੀ ਜੋਤ ਨੂੰ ਜਪੇ ਦਿਨ ਰਾਤ, ਜਾਗਤ ਜੋਤ ਜਪੈ ਨਿਸਬਾਸਰ। ਏਕ ਬਿਨਾ ਮਨ ਨੈਕ ਨ ਆਨੇ, ਇੱਕ ਨੂੰ ਛੱਡ ਕੇ ਕਿਸੇ ਦੂਜੇ ਦਾ ਖਿਆਲ ਵੀ ਨਾ ਕਰੇ। ਪੂਰਨ ਪ੍ਰੇਮ ਪ੍ਰਤੀਤ ਸਜੇ, व्रत गौर मणि मठ भूल न माने। तीर्थ दान दया तप संयम, एक बिना न एक पछाने। पूर्ण जोत जगह घट में, तब खालसता है न खालस जाने। हेलो हेलो हाँ जी, हाँ जी, कौन बोल रहे जी? अपने लंबा साहब मैं बोल रहा जी। हाँ जी महाराज, मैं हुणे सुन रहा ਤੁਹਾਡਾ। ਪਹਿਲੇ ਤੇ ਸਭ ਤੋਂ ਤੁਹਾਨੂੰ ਸਾਰੇ ਜਗਤ ਨੂੰ खालसा पंथ के जन्मदिन दी लख लख बधाइयां। आप जी कौन, शुभ नाम आपका? मैं गुरमेल सिंह बोल रहा जी रिचमंड हिल तो। जी जी जी, बहुत बहुत बधाई ਤੁਹਾਨੂੰ। हाँ जी। ਤੇ ਭਾਈ ਸਾਹਿਬ ਕਹਿ ਰਹੇ ਆ ਵੀ ਅਸੀਂ ਸੋਚਦੇ ਆ, ਅਸੀਂ ਸਾਨੂੰ ਸੋਚਣਾ ਚਾਹੀਦਾ ਅਸੀਂ ਕੀ ਕਰਦੇ ਆ। ਅਸੀਂ ਇੱਕ ਕੰਮ ਜ਼ਰੂਰ ਕਰਦੇ ਆ, ਹੋਰ ਕੁਝ ਕਰੀਏ ਤੇ ਚਾਹੇ ਨਾ ਕਰੀਏ ਜੀ। ਅਸੀਂ ਚਿਕਨ ਦੀ ਬਾਲਟੀ ਭਰ ਕੇ ਜ਼ਰੂਰ ਛੱਡ ਦਿੰਦੇ ਦੂਜੇ। ਠੀਕ ਹੈ ਠੀਕ ਹੈ ਠੀਕ। ਜਦ ਤੱਕ ਅਸੀਂ ਇਹ ਨਹੀਂ ਛੱਡਦੇ ਤਦ ਤੱਕ ਸਾਡਾ ਕੁਝ ਨਹੀਂ ਬਣਨਾ। ਠੀਕ ਹੈ, ਬਹੁਤ ਬਹੁਤ ਧੰਨਵਾਦ। ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡੇ ਵਿਚਾਰ ਬਹੁਤ ਕੀਮਤੀ ਹੈ। ਤੇ ਅਖੀਰ ਦੇ ਵਿੱਚ ਜਿਹੜੀ ਗੱਲ ਸੈਨਾਪਤੀ ਨੇ ਇੱਕ ਗੁਰੂ ਸਾਹਿਬ ਦੇ ਦਿੱਤੇ ਬਚਨਾਂ ਨੂੰ ਲੈ ਕੇ ਸ਼ਾਇਦ ਅਸੀਸ ਦਿੱਤੀ, ਸਾਧ ਸਭ ਸਾਧ ਉਬਾਰਨ ਕੇ ਹਿਤ ਸੋ ਜਗ ਜੀਵਨ ਜੋਤ ਜਗਾਵੇਂਗੇ। ਤੁਰ ਕੀ ਅਛ ਪਛ ਬੜੋ ਤੇ ਉੱਪਰ ਆਪ ਸੁਹਾਵੇਂਗੇ। ਮਿਲ ਸੇਵਕ ਸਿੰਘ ਅਨੇਕ ਸਭੇ ਕਰ ਰੰਗ ਤੁਰੰਗ ਨਚਾਵੇਂਗੇ। ਪਲ ਭਾਗ ਪਿਆ ਤੁਮ ਤਾਹੇ ਕਹੋ ਨਿਸ਼ਚੇ ਕਰ ਕੀਰਤ ਗਾਵੇਂਗੇ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਰਹਿਮਤ ਹੋਣੀ ਹੈ। ਖਾਲਸਾ ਕਾਲ ਪੁਰਖ ਕੀ ਫੌਜ, ਜਿਹਦਾ ਸਾਜਨ ਔਰ ਸਿਰਜਣਹਾਰ ਖੁਦ ਅਕਾਲ ਪੁਰਖ ਹੈ। ਹਜ਼ੂਰ ਨੇ ਕਿਹਾ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। ਅਸੀਂ ਆਪਣਾ ਸਿਰ ਥੱਲੇ ਰੱਖੀਏ, ਉਹਦਾ ਹੱਥ ਉੱਤੇ ਹੈ। ਬਹੁਤ ਬਹੁਤ ਧੰਨਵਾਦ। ਤੁਸੀਂ ਈਮੇਲ ਕਰੋ lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।